ਤੇ ਮੈਂ ਮਾਵਾਂ ਦੇ ਪੁੱਤ ਮਰਨੇ ਬੰਦ ਕਰਾ ਦੂੰਗਾ। ਓਕੇ। ਗੈਂਗਸਟਰ ਫੜ ਕੇ ਅੰਦਰ ਕਰ ਬੈਡ ਐਲੀਮੈਂਟਸ ਅਨਕਰੇਜ ਨੇ ਹੋ। ਇੱਕ ਪਾਸੇ ਬਣਾਉਣ ਵਾਲੇ ਆ, ਇੱਕ ਪਾਸੇ ਡਿਸਪੋਜ਼ ਆਫ ਕਰਨ ਵਾਲੇ ਵੀ ਉੱਥੇ ਸਭ ਨੇ ਬੇਬਾਕੀ ਨਾਲ ਆਪਣੇ ਆਪ ਨੂੰ ਐਕਸਪ੍ਰੈਸ ਕੀਤਾ। ਉਦੋਂ ਕਹਿੰਦੇ ਸੀ ਮੈਂ ਤਾਂ ਗਾਂ ਲੜਨਾ ਹੀ ਨਹੀਂ ਇਲੈਕਸ਼ਨ। Politics is a game. Then I was the youngest member. ਵੀ ਅੱਜ ਕੀ ਬੰਦੇ ਬੜੇ ਮਰਨੇ ਜੀ ਤੇ ਤੁਸੀਂ ਇਲੈਕਸ਼ਨ ਰਹਿਣ ਦਿਓ। ਹਲਚਲ ਟੀਵੀ ਦੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ। ਦਰਸ਼ਕੋ, ਅੱਜ ਤੁਹਾਨੂੰ ਮਿਲਾ ਰਹੇ ਹਾਂ ਪੰਜਾਬ ਦੇ ਸੀਨੀਅਰ ਕਾਂਗਰਸੀ ਆਗੂ ਜੋ ਕਿ ਲੰਮਾ ਸਮਾਂ ਪੰਜਾਬ ਵਿੱਚ ਜੇਲ੍ਹ ਮੰਤਰੀ ਰਹੇ ਨੇ ਤੇ ਪੰਜਾਬ ਵਿੱਚ ਬਹੁਤ ਡਿਵੈਲਪਮੈਂਟ ਵਿੱਚ ਉਹਨਾਂ ਦਾ ਵੱਡੇ ਪੱਧਰ ਤੇ ਉਹਨਾਂ ਨੇ ਜਿਹੜੀਆਂ ਕਾਂਗਰਸ ਦੀਆਂ ਸੈਂਟਰ ਗੌਰਮੈਂਟ ਤੱਕ ਦੀਆਂ ਪਾਲਿਸੀਆਂ ਬਣਦੀਆਂ ਰਹੀਆਂ ਉਹਨਾਂ 'ਚ ਵੀ ਉਹਨਾਂ ਦੀ ਇਨਵੋਲਵਮੈਂਟ ਰਹੀ ਹੈ। ਮੇਰੀ ਮੁਰਾਦ ਉਪਿੰਦਰ ਸ਼ਰਮਾ ਜੀ। ਸ਼ਰਮਾ ਜੀ, ਸਾਡੇ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਜੀ। ਆਈ ਵਿਸ਼ ਹਲਚਲ ਜੀ ਟੀਵੀ ਚੈਨਲ ਕੈਨੇਡਾ ਔਰ ਗੁੱਡ ਲੱਕ ਜੀ। ਸ਼ੁਭਕਾਮਨਾਵਾਂ ਨਿਰਮਲ ਜੀ ਤੁਹਾਡੇ ਲਈ। ਥੈਂਕ ਯੂ ਜੀ, ਤੁਹਾਡਾ ਸਵਾਗਤ ਹੈ। ਥੈਂਕ ਯੂ। ਸ਼ਰਮਾ ਜੀ, ਆਪਾਂ ਗੱਲਬਾਤ ਸ਼ੁਰੂ ਕਰਾਂਗੇ ਤੁਹਾਡੇ ਇਸ ਗੱਲ ਤੋਂ ਕਿ ਤੁਸੀਂ ਲੰਬਾ ਸਮਾਂ ਪੰਜਾਬ ਵਿੱਚ ਜੇਲ੍ਹ ਮੰਤਰੀ ਵਜੋਂ ਸੇਵਾਵਾਂ ਨਿਭਾਈਆਂ ਜੀ। ਤੇ ਜੇਲ੍ਹ ਮੰਤਰੀ ਦਾ ਜਿਹੜਾ ਅਹੁਦਾ ਹੁੰਦਾ ਇਸ ਤਰ੍ਹਾਂ ਦਾ ਅਹੁਦਾ ਹੁੰਦਾ ਜਿਹਦਾ ਵਾਹ ਪੰਜਾਬ ਦੀ ਅਮਨ ਸ਼ਾਂਤੀ ਜਿਹੜੇ ਭੰਗ ਕਰਨ ਵਾਲੇ ਅਨਸਰ ਨੇ ਜਾਂ ਪੰਜਾਬ 'ਚ ਕ੍ਰਾਈਮ ਪੈਦਾ ਕਰਨ ਵਾਲੇ ਉਹ ਨੇ ਉਹ ਤੁਸੀਂ ਉਸ ਮੌਕੇ ਦੀ ਜਿਹੜੀ ਹੈਗੇ ਆ ਪੰਜਾਬ ਦੇ ਹਾਲਾਤ ਤੇ ਅੱਜ ਜਿਹੜੇ ਪੰਜਾਬ ਦੇ ਹਾਲਾਤ ਨੇ ਇਹਨੂੰ ਕਿਸ ਨਜ਼ਰ ਨਾਲ ਦੇਖਦੇ ਉਹ ਨਿਰਮਲ ਜੀ ਇਸ ਤਰ੍ਹਾਂ ਵੀ ਉਸ ਵੇਲੇ ਪਰਿਸਥਿਤੀਆਂ ਡਿਫਰੈਂਟ ਸਨ ਜੀ। ਹੁਣ ਪਰਿਸਥਿਤੀਆਂ ਡਿਫਰੈਂਟ ਜੀ। ਉਸ ਵੇਲੇ ਪੰਜਾਬ ਦੇ ਲੋਕਾਂ ਨੇ ਜੀ ਬੜਾ ਕਾਲਾ ਦੌਰ ਹੰਢਾਇਆ ਸੀ ਅੱਤਵਾਦ ਦਾ ਜੀ। ਐਂਡ ਟੱਚਵੁੱਡ ਉਸ ਵੇਲੇ ਜਿਹੜੇ ਵਿਰੋਧੀ ਧਿਰ ਦੇ ਲੋਕ ਸੀ ਜੀ ਉਹਨਾਂ ਨੇ ਉਹਨੂੰ ਵਨ ਸਾਈਡਡ ਇਲੈਕਸ਼ਨ ਵੀ ਕਿਹਾ ਜੀ। 8-10% ਵੋਟਾਂ ਦਾ ਇਲੈਕਸ਼ਨ ਵੀ ਕਿਹਾ ਜੀ। ਬਟ ਮੈਂ ਇੱਕ ਵਾਕਿਆ ਜ਼ਰੂਰ ਨਰੇਟ ਕਰਨਾ ਚਾਹੂੰਗਾ ਜੀ। ਵੀ ਲਵਾਣਿਆਂ ਵਾਲੀ ਤੁਹਾਨੂੰ ਯਾਦ ਹੋਵੇ ਇੱਕ ਹਾਦਸਾ ਹੋਇਆ ਸੀ। ਬਿਲਕੁਲ ਜੀ, ਯਾਦ ਹੈ? ਬਿਲਕੁਲ। ਜਿਹੜੀ ਬੱਸ ਚੋਂ ਕੱਢ ਕੇ ਬੱਸ ਚੋਂ ਕੱਢ ਕੇ ਬੰਦੇ ਮਾਰੇ ਸੀ ਹਿੰਦੂ ਪਰਿਵਾਰ ਉਹਨਾਂ ਵਿੱਚ ਵਨ SMO ਵਾਸ ਹੇਅਰ। ਉਹ ਮੁਕਤਸਰ ਤੋਂ ਆਉਂਦੇ ਸੀ। He was more than 6 feet tall. ਫਰੀਦਕੋਟ। ਓਕੇ। He was also ਓਕੇ shot dead. ਜੀ तो ਭੋਗਲੀ ਉਹ ਇੱਥੇ ਆਏ, ਜੀ ਮਤਲਬ 2-3 ਮੈਸੇਜ ਮੇਰੇ ਕਰ ਦਿੱਤੇ ਜੀ ਐਨੀਵੇ ਸਾਡਾ ਮਤਲਬ ਮੈਂ ਟਾਈਮ ਸਿਰ ਪਹੁੰਚ ਗਿਆ। ਜੀ ਆਈ ਕੰਪਨੀ ਜੀ। ਜਦੋਂ ਉਹਨਾਂ ਦਾ ਭੋਗ ਸੀ? ਨਹੀਂ, ਲਵਾਣੇ ਵਾਲੀ। ਅੱਛਾ, ਉਹ ਘਟਨਾ ਸਥਾਨ ਤੇ। ਓਕੇ ਜੀ। ਜੀ। ਸਭਿਆਨ ਸਿੰਘ ਮੈਨੂੰ ਨਾਲ ਲੈ ਕੇ ਗਏ। ਜੀ। ਉਦੋਂ ਸਰਦਾਰ ਸੁਰਜੀਤ ਸਿੰਘ ਬਰਨਾਲਾ ਜੀ ਮੁੱਖ ਮੰਤਰੀ ਸਨ। ਓਕੇ। ਚਲੋ ਉੱਥੇ ਗਏ, ਸ਼ਰਧਾਂਜਲੀ ਵਗੈਰਾ ਸਾਰਾ ਸਮਾਗਮ ਹੋਇਆ। ਜੀ। ਉਸੇ ਦਿਨ ਸ਼ਾਮ ਨੂੰ ਜੀ ਬਾਬੂ ਜਗਜੀਵਨ ਰਾਮ ਦੀ ਬੇਟੀ ਜੀ ਸ਼੍ਰੀਮਤੀ ਮੀਰਾ ਕੁਮਾਰ, ਓਕੇ, our senior Congress leader, she was coming to Jalandhar. ਜੀ। Sir Bent Singh was keen to join her. ਓਕੇ ਪਰ ਕਿਉਂਕਿ ਉੱਥੋਂ ਲੇਟ ਹੋ ਗਏ ਸੀ, ਜੀ ਮੈਂ ਉਹਨਾਂ ਨੂੰ ਕਨਵਿੰਸ ਕੀਤਾ ਵੀ ਤੁਸੀਂ ਹੁਣ ਨਾ ਜਾਓ ਜਲੰਧਰ, ਜੀ। ਜਾਂ ਤਾਂ ਤੁਸੀਂ ਰਾਤ ਇੱਥੇ ਰਹੋ ਓਕੇ ਔਰ ਯੂ ਗੋ ਟੂ ਸਟੇਟ ਚੰਡੀਗੜ੍ਹ। ਓਕੇ ਪਰ ਮੈਂ ਤੁਹਾਨੂੰ ਜਦੋਂ ਅਸੀਂ ਉੱਥੋਂ ਆ ਰਹੇ ਸੀ ਜੀ ਬੋਲਦੇ ਵੀ ਉਹ ਭਾਵੁਕ ਹੋਏ। ਜੀ ਬਟ ਹੀ ਵਾਸ ਵੈਰੀ ਮਚ ਡਿਸਟਰਬਡ। ਜੀ ਸਾਰੇ ਹੀ ਸੀ। ਜੀ ਉਹ ਜਿਹੜੇ ਉਹਨਾਂ ਨੇ ਐਗਜ਼ੈਕਟ ਵਰਡ ਕੇ ਜੀ ਆਈ ਜਸਟ ਰੀਡ, ਜੀ ਉਹ ਕਹਿੰਦੇ ਉਪਿੰਦਰ ਪਹਿਲੀ ਗੱਲ ਤੇ ਆਪਾਂ ਬਚਦੇ ਨਹੀਂ। ਜੀ ਵੀ ਆਲ ਆਰ ਔਨ ਦੇਅਰ, ਓਕੇ ਵੀ ਆਰ ਦੇਅਰ ਟਾਰਗੇਟਸ। ਓਕੇ ਪਰ ਜੇ ਕਿਤੇ ਪਰਮਾਤਮਾ ਨੇ ਚਾਹਿਆ ਜੀ ਆਪਣੇ ਹੱਥ ਜੀ ਗੱਲ ਆ ਗਈ ਜੀ ਤੇ ਮੈਂ ਮਾਵਾਂ ਦੇ ਪੁੱਤ ਮਰਨੇ ਬੰਦ ਕਰਾ ਦੂੰਗਾ। ਨੋ ਓਕੇ ਧੀਆਂ- ਓਕੇ ਓਕੇ ਉਹ ਕਾਰ 'ਚ ਸਾਡੀ ਜੀ
ਤੇ ਧੀਆਂ ਦੇ ਸੁਹਾਗ ਲੁੱਟਣੇ ਬੰਦ ਕਰਾ ਦਿੱਤੇ। ਕਰਾ ਦਿਓ। ਓਕੇ ਇਹ ਗੱਲ ਜੀ ਉਦੋਂ ਉਹਨਾਂ ਨੇ ਕਹੀ। ਜੀ ਐਂਡ ਟੱਚਵੁੱਡ ਉਹ ਜੀ 1.5 ਲੱਖ ਸੀ, ਉਹ ਲੋਕਾਂ ਨੇ ਉਦੋਂ ਵਿਰੋਧੀ ਧਿਰ ਨੇ ਬੜਾ ਕੁਝ ਕਿਹਾ, ਜੀ ਬਟ ਦੈਟ ਮੈਨ ਜੀ stood to his words, ਓਕੇ ਔਰ ਉਹ ਸ਼ਾਂਤੀ ਬਹਾਲ ਕਰਨ 'ਚ ਕਾਮਯਾਬ ਤੇ ਲੋਕਾਂ ਦਾ ਕੌਨਫੀਡੈਂਸ ਬਹਾਲ ਕਰਨ 'ਚ ਕਾਮਯਾਬ ਹੋਏ। ਕਾਮਯਾਬ ਉਹ ਇਟ ਵਾਸ ਅ ਡਿਫਰੈਂਟ ਫੇਸ। ਜੀ ਜਿਹੜਾ ਅੱਜ ਹੈ ਜੀ ਉਹ ਬੈਡ ਐਲੀਮੈਂਟਸ, ਜੀ ਮੈਂ ਆਈ ਡੋਂਟ ਬਲੇਮ ਐਨੀਬਡੀ, ਬਿਲਕੁਲ ਪਰ ਇਹ ਸਮੇਂ ਦੀ ਧਾਰਾ ਕਹਿ ਲਓ ਜੀ ਵੀ ਬੈਡ ਐਲੀਮੈਂਟਸ ਹੈਵ ਬੀਨ ਇਨਕਰੇਜਡ। ਜੀ ਸਰਕਾਰ ਉਪਰਾਲੇ ਬੜੇ ਕਰਦੀ ਹੈ। ਜੀ ਫਿਊ ਡੇਜ਼ ਬੈਕ ਓਕੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇੱਕ ਮੀਟਿੰਗ ਬੁਲਾਈ ਸੀ ਜੀ। ਸੀਐਮ ਸਾਹਿਬ ਨੇ ਜੀ ਚੰਡੀਗੜ੍ਹ। ਜੀ ਤਾਂ ਮੈਂ ਜਲਦੀ ਰਸਤੇ 'ਚ ਲੁਧਿਆਣੇ ਜਾਂਦੇ ਬੋਰਡ ਪੜ੍ਹ ਰਿਹਾ ਸੀ, ਜੀ ਤਾਂ ਉਹਦੇ 'ਤੇ ਲਿਖਿਆ ਸੀ ਕਿ ਅਸੀਂ ਇੰਨੇ 3900 ਸਮਥਿੰਗ ਓਕੇ ਗੈਂਗਸਟਰ ਫੜ ਕੇ ਅੰਦਰ ਕਿਤੇ ਜੀ ਬਟ ਈਵਨ ਦੈਨ ਜੀ ਆਪਾਂ ਦੇਖਦੇ ਹਾਂ ਜੀ ਸੈਂਸ ਆਫ ਸਿਕਿਉਰਿਟੀ ਜਿਹੜੀ ਹੈ, ਜੀ ਚਾਹੇ ਉਹ ਪਿੰਡ ਹੈ ਜੀ ਚਾਹੇ ਸ਼ਹਿਰ ਹੈ, ਹਾਲੇ ਵੀ ਲੋਕਾਂ ਦੇ ਮਨਾਂ 'ਚ ਡਰ ਹੈ ਡਰ, ਬਿਲਕੁਲ ਜੀ ਇਟ ਇਜ਼ ਦੇਅਰ। ਬਿਲਕੁਲ ਸੋ ਇਟ ਇਜ਼ ਡਿਫਰੈਂਟ ਕਾਈਂਡ ਆਫ ਐਟਮੋਸਫੀਅਰ। ਜੀ ਔਰ ਸਮੇਂ ਦਾ ਭਾਵ ਕਹਿ ਲਓ, ਓਕੇ ਜਿਹੜੀਆਂ ਇੱਕਾ ਦੁੱਕਾ ਵਾਰਦਾਤਾਂ ਹੁੰਦੀਆਂ ਹੁੰਦੀਆਂ ਜੀ ਉਹ ਪੈਦਾ ਕਰਦੀਆਂ। ਕਰਦੇ ਹਾਂ ਹਾਲਾਂਕਿ ਵੀ ਕੈਨਟ ਸੇ ਵੀ ਪੁਲਿਸ ਐਕਸ਼ਨ ਨਹੀਂ ਕਰਦੀ, ਕਰਦੀ ਦੇ ਆਰ ਔਨ ਦੀ ਜੌਬ, ਜੀ ਉਹਨਾਂ ਦੀ ਡਿਊਟੀ ਬੜੀ ਸਖਤ ਹੈ। ਜੀ ਬਟ ਈਵਨ ਦੈਨ ਹਾਲੇ ਉਹ ਪਰਿਸਥਿਤੀਆਂ ਹੈਗੀਆਂ ਜੀ ਜਿਹੜੀਆਂ ਲੋਕਾਂ 'ਚ ਸੈਂਸ ਆਫ ਇਨਸਿਕਿਉਰਿਟੀ ਨੂੰ ਜੀ ਉਸ ਹਾਲਾਤ ਦਾ ਤੇ ਥੋੜ੍ਹਾ ਜਿਹਾ ਫਰਕ। ਸ਼ਰਮਾ ਜੀ, ਉਸ ਮੌਕੇ ਪੰਜਾਬ ਵਿੱਚ ਅੱਤਵਾਦ ਦਾ ਦੌਰ ਸੀ, ਲੋਕਾਂ 'ਚ ਬਹੁਤ ਜ਼ਿਆਦਾ ਭੈ ਸੀ, ਲੋਕ ਸ਼ਾਮ ਨੂੰ ਘਰੋਂ ਬਾਹਰ ਨਿਕਲਣ ਤੋਂ 5 ਵਜੇ ਤੋਂ ਬਾਅਦ ਬਿਲਕੁਲ ਬਿਲਕੁਲ ਕੋਈ ਨਹੀਂ ਨਿਕਲਦਾ ਸੀ। ਭੈ ਅੱਜ ਵੀ ਉਨਾ ਹੀ ਹੈ, ਮਤਲਬ ਆਪਾਂ ਅੱਜ ਵੀ ਕੋਈ ਬੰਦਾ ਸੇਫ ਨਹੀਂ, ਕੋਈ ਲੇਡੀ ਸੇਫ ਨਹੀਂ। ਤੇ ਹਾਲਾਤ ਜਿਹੜੇ ਇੱਕ ਵਾਰ ਤੁਹਾਡੀ ਬਿਲਕੁਲ 100% ਸਹੀ ਹੈ ਕਿ ਜਿਹੜੇ ਬਿਆਨ ਸਿੰਘ ਸਰਕਾਰ ਨੇ ਇੱਕ ਵਾਰ ਪੰਜਾਬ 'ਚ ਸ਼ਾਂਤੀ ਲਿਆਂਦੀ, ਸਿਰਫ ਅਮਨ ਸ਼ਾਂਤੀ ਨਹੀਂ ਲਿਆਂਦੀ, ਡਿਵੈਲਪਮੈਂਟ ਵੀ ਬੜੀ ਕੀਤੀ, ਡੈਮੋਕ੍ਰੇਸੀ ਨੂੰ ਰਿਸਟੋਰ ਕੀਤਾ, ਲੋਕਾਂ ਦਾ ਆਤਮ ਵਿਸ਼ਵਾਸ ਬਹਾਲ ਕੀਤਾ। ਬਿਲਕੁਲ ਜੀ। ਪਰ ਉਸ ਤੋਂ ਬਾਅਦ 'ਚ ਭਾਵੇਂ ਅਕਾਲੀ ਸਰਕਾਰ ਰਹੀ ਹੈ, ਭਾਵੇਂ ਕਾਂਗਰਸ ਸਰਕਾਰ ਰਹੀ ਹੈ, ਉਸ ਤੋਂ ਬਾਅਦ ਜੇ ਆਪਾਂ ਅਮਨ ਸ਼ਾਂਤੀ ਦਾ ਦੇਖੀਏ ਜਾਂ ਲੋਕਾਂ ਦੇ ਜਿਹੜੀ ਅਹਿਮੀਅਤ ਦਾ ਦੇਖੀਏ, ਜਿਹੜੀ ਇਨਸਾਨ ਦੀ ਅਹਿਮੀਅਤ ਕਹਿ ਸਕਦੇ ਆਪਾਂ ਕਿ ਬੰਦੇ ਦਾ ਜਿਹੜਾ ਮੁੱਲ ਹੈ, ਇੱਥੇ ਬੰਦੇ ਦੀ ਕੀਮਤ ਲਗਾਤਾਰ ਘਟਦੀ ਰਹੀ ਹੈ। ਨਹੀਂ ਹੁਣ ਤੱਕ ਦੇਖੋ ਇੱਥੇ ਮੈਂ ਥੋੜਾ ਜਿਹਾ ਜੀ ਵੀ ਜਿਹੜਾ ਪੀਰੀਅਡ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਪਹਿਲੀ ਚੀਫ ਮਿਨਿਸਟਰਸ਼ਿਪ ਦਾ ਸੀ, ਜੀ there was complete law and order, ਓਕੇ well, ਜੀ और लोग were free to do their business, ਓਕੇ पूरी शांति ਸੀ ਜੀ और ਕਾਰੋਬਾਰ ਵਧਿਆ ਫੁੱਲਿਆ, ਜੀ ਲੋਕਾਂ ਨੇ ਬੜੀ ਆਜ਼ਾਦੀ ਨਾਲ ਕੰਮ ਕੀਤਾ ਬਿਲਕੁਲ ਜੀ ਬਿਲਕੁਲ and there was no political interference, ਓਕੇ ਜੀ ਕੋਈ ਦਖਲ ਅੰਦਾਜ਼ੀ ਨਹੀਂ, ਬਿਲਕੁਲ ਇਹ ਤਾਂ ਮੰਨੋਗੇ ਨਾ। ਬਿਲਕੁਲ तो there was fine deliverance, ਜੀ ਔਰ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸ਼ਖਸੀਅਤ 'ਚ ਲੋਕਾਂ ਦਾ ਵਿਸ਼ਵਾਸ ਜਿਹੜਾ ਹੋਰ ਮਜ਼ਬੂਤ ਹੋਇਆ। ਬਿਲਕੁਲ ਮਜ਼ਬੂਤ ਹੋਇਆ। ਪੀਪਲ ਵਰ ਡੂਇੰਗ ਦੇਅਰ ਜੀ ਬਿਜ਼ਨਸ, ਜੀ ਹਰ ਇੱਕ ਨੂੰ ਪੂਰੀਆਂ ਸਹੂਲਤਾਂ ਸੀ ਜੀ ਔਰ ਪੂਰੀ ਆਜ਼ਾਦੀ ਸੀ। ਜੀ देयर वाज अ वेरी गुड लॉ एंड ऑर्डर ਜੀ सिचुएशन, ਜੀ ਬੜਾ ਠੀਕ ਸੀ ਮਾਹੌਲ। ਪਰ ਬਾਅਦ ਚ ਤੋਂ ਦੇਖੀਏ ਕਿ ਉਸ ਤੋਂ ਬਾਅਦ 10 ਸਾਲ ਕਾਂਗਰਸ ਦੀ ਸਰਕਾਰ, ਅਕਾਲੀ ਦਲ ਦੀ ਸਰਕਾਰ ਰਹੀ। 10 ਸਾਲਾਂ ਚ ਪੰਜਾਬ ਦੇ ਹਾਲਾਤ ਡਿਵੈਲਪਮੈਂਟ ਹੋਈ, ਨਿਰਸੰਦੇਹ ਅਕਾਲੀ ਸਰਕਾਰ ਨੇ ਵੀ ਡਿਵੈਲਪਮੈਂਟ ਕੀਤੀ। ਪਰ ਜੇ ਆਪਾਂ ਅਮਨ ਸ਼ਾਂਤੀ ਦੀ ਗੱਲ ਕਰੀਏ, ਗੈਂਗਸਟਰ ਪੈਦਾ ਹੋਏ ਪੰਜਾਬ 'ਚ, ਪਰ ਕਾਂਗਰਸ ਸਰਕਾਰ ਆਉਣ 'ਤੇ ਲੋਕਾਂ ਨੂੰ ਆਸ ਸੀ ਕਿ ਹੁਣ ਸ਼ਾਇਦ ਉਹਦੇ 'ਚ ਕੋਈ ਬਦਲਾਅ ਆਵੇਗਾ, ਪਰ ਕਿ ਜਿਹੜੇ ਕ੍ਰਾਈਮ ਉਸ ਤੋਂ ਵੀ ਅੱਪ ਹੋਇਆ ਨਹੀਂ, ਕਾਂਗਰਸ ਸਰਕਾਰ। ਇਹ ਨਹੀਂ ਗੱਲ ਤੁਸੀਂ ਦੇਖੋ ਨਾ, ਤੁਸੀਂ ਤੁਹਾਨੂੰ ਮੈਂ ਹੁਣੇ ਉਹ ਦੱਸਿਆ ਜੀ ਵੀ ਰਾਉਂਡ ਅਬਾਊਟ 3900 ਸਮਥਿੰਗ ਜੀ ਗੈਂਗਸਟਰ ਅੰਦਰ ਕੀਤੇ। ਜਦ ਉਹ ਤਾਂ ਇਹ ਗਿਣਤੀ ਵਧੀ ਜਾਂਦੀ ਹੈ, ਤਾਂ ਹੁਣ ਪਰ ਉਹ ਇਟ ਟੇਕਸ ਇਟਸ ਓਨ ਸ਼ੇਪ। ਬਿਲਕੁਲ ਪਰ ਮਤਲਬ ਜਿਹੜਾ ਇੱਕ ਮਾਹੌਲ ਜੀ
खुशगवार जी गवर्नमेंट का तो प्रयास है, ऐसा है जी। मतलब आवर DGP इज ऑल्सो वेरी जी। फर्म, जी तो एक्शन भी है, पुलिस अब ड्यूटी भी जल्दी है। जी। हम थोड़े सामने वो कितों जाके वेस्ट बंगाल चों जी घेर के लिया लेंदे जी। मेरा मतलब ਤੁਸੀਂ ਇਹ ਨਹੀਂ ਕਹਿ ਸਕਦੇ ਕਿ ਪੁਲਿਸ ਡਜ਼ ਨਾਟ ਡੂ ਐਫਰਟਸ, जी ਪਰ ਬੈਡ ਐਲੀਮੈਂਟਸ ਅਨਕਰੇਜ ਇੰਨੇ ਹੋ ਗਏ जी ਕਿ ਉਹ ਮਤਲਬ ਇਹਦਾ ਕਾਰਨ ਕੀ ਮੰਨਦੇ ਹੋ ਤੁਸੀਂ? ਕਾਰਨ ਹੁਣ ਆਪਾਂ ਜੇ ਐਵੇਂ ਕਿਸੇ ਨੂੰ ਜਿਹੜਾ ਪਹਿਲਾ ਨਿਜ਼ਾਮ ਤੁਸੀਂ ਕਹਿ ਕੇ ਚੁੱਕੇ ਹੋ 10 ਸਾਲ ਰਿਹਾ, ਜੀ ਤੋ ਇਟ ਵਾਸ ਫॉर देम। ਪਰ 10 ਸਾਲ ਰਹਿ ਗਏ, ਮੰਨ ਲਏ ਕਿ ਅਕਾਲੀ ਸਰਕਾਰ 'ਚ ਕ੍ਰਾਈਮ ਅਪ, ਪਰ ਕਾਂਗਰਸ ਸਰਕਾਰ 'ਚ ਘਟਣਾ ਚਾਹੀਦਾ, ਕਾਂਗਰਸ ਸਰਕਾਰ 'ਚ ਘਟਿਆ ਨਹੀਂ, ਉਸ ਤੋਂ ਵੀ ਉਹ ਜਿਹੜੀ ਗਰੋਥ ਆ ਉਹਦੀ ਉਸੇ ਤਰ੍ਹਾਂ ਚੱਲਦੀ ਰਹੀ ਹੈ। ਨਹੀਂ ਪਹਿਲਾਂ ਨਾਲੋਂ ਤਾਂ ਘਟਿਆ, ਇਹ ਤਾਂ ਆਪਾਂ ਨੂੰ ਮੰਨਣਾ ਪਊ। ਨਹੀਂ ਆਪਾਂ ਜੇ ਗਿਣਤੀ ਦਿਖਾਉਣ ਲੱਗ ਪਈਏ ਕਿ ਇੰਨੇ ਗੈਂਗਸਟਰ ਫੜ ਕੇ, ਪਰ ਕ੍ਰਾਈਮ ਘਟਣ ਦੀ ਗੱਲ ਨਹੀਂ, ਉਹਨੇ ਵਧੀ ਜਾਂਦੇ ਆ ਜੀ। ਮਤਲਬ ਇੱਕ ਮਾਹੌਲ ਉਸ ਤਰ੍ਹਾਂ ਦਾ ਮਾਹੌਲ ਤਾਂ ਉਸੇ ਤਰ੍ਹਾਂ ਚੱਲੀ ਜਾਂਦਾ ਜੀ। ਦੇਖੋ ਜਿਹੜਾ ਲੋਕ ਹੈ ਜੀ ਉਹ ਕੰਮ ਤਾਂ ਆਪਣਾ ਫ੍ਰੀਲੀ ਕਰ ਰਹੇ ਹੋਣਗੇ, ਓਕੇ ਇਹ ਤਾਂ ਮੰਨੋਗੇ ਨਾ ਜੀ। ਕੋਈ ਵਪਾਰਕ ਕਾਰੋਬਾਰ ਹੈ, ਜੀ ਲੋਕ ਹੈ, ਆ ਇੱਕ ਬੜੀ ਵੱਡੀ ਐਗਜ਼ਾਮਪਲ ਹੈ ਜੀ ਗਵਰਨੈਂਸ ਦੀ, ਜੀ ਵੀ ਕਣਕ ਦੀ ਫਸਲ ਜੀ ਕਿੱਡਾ ਵੱਡਾ ਕਾਰੋਬਾਰ ਸੀਗਾ, ਬਿਲਕੁਲ ਚੈਲੰਜ, ਬਿਲਕੁਲ ਜੀ ਔਰ ਕਰੋਨਾ ਕਾਲ ਹੋਵੇ, ਜੀ ਰਾਈਟ, ਜੀ ਔਰ ਉਹ ਸਾਰੀ ਕਣਕ ਸਮੇਟੀ ਗਈ, ਜੀ ਕਿਸੇ ਵੀ ਬੰਦੇ ਨੂੰ, ਜੀ ਪੀਜ਼ੈਂਟ ਨੂੰ, ਜੀ। ਟਰਾਂਸਪੋਰਟਰ ਨੂੰ, ਜੀ ਕਿਸੇ ਨੂੰ ਕੋਈ ਦਿੱਕਤ ਨਹੀਂ ਆਈ, ਜੀ ਐਂਡ ਨਾਟ ਏ ਵਨ ਕੇਸ ਆਫ ਕਰੋਨਾ ਜੀ ਥਰੂ ਆਊਟ ਦੀ ਸੀਜ਼ਨ, ਜੀ ਔਰ ਸਾਰੀ ਕ੍ਰੌਪ ਸੰਭਾਲੀ ਗਈ। ਵਾਹ ਇਹ ਕਿੰਨੀ ਵੱਡੀ ਅਚੀਵਮੈਂਟ। ਬਿਲਕੁਲ ਜੀ। ਤੇ ਸ਼ਰਮਾ ਜੀ ਆਪਾਂ ਥੋੜਾ ਜਿਹਾ ਤੁਹਾਡੇ ਪਿਛਲੇ ਜਾਈਏ ਕਿ ਜਦੋਂ ਇੰਡੀਆ ਦਾ ਜਿਹੜਾ ਮਾਹੌਲ ਹੈ, ਕਾਂਗਰਸ ਸਰਕਾਰਾਂ ਰਹੀਆਂ, ਕਾਂਗਰਸ ਸਰਕਾਰਾਂ ਨੇ ਕੋਆਪਰੇਟਿਵ ਸਿਸਟਮ ਨੂੰ ਬਹੁਤ ਅਪ ਕੀਤਾ, ਸਰਕਾਰੀ ਅਦਾਰੇ ਬਹੁਤ ਨਵੇਂ ਬਣੇ, ਜਿਹੜੇ ਪੁਰਾਣੇ ਸਰਕਾਰੀ ਅਦਾਰੇ ਸੀ ਉਹਨਾਂ ਦੀ ਡਿਵੈਲਪਮੈਂਟ ਹੋਈ, ਪਰ ਹੁਣ ਜਿਹੜੀ ਸੈਂਟਰ ਗਵਰਨਮੈਂਟ ਹੈ ਤੇ ਉਹ ਬਹੁਤ ਚੀਜ਼ਾਂ ਜਿਹੜੀਆਂ ਸਰਕਾਰੀ ਪ੍ਰਾਪਰਟੀਆਂ ਵੇਚੀ ਜਾ ਰਹੀਆਂ, ਸਰਕਾਰੀ ਕੰਪਨੀਆਂ ਘਾਟੇ ਜਾ ਰਹੀਆਂ ਨੇ। ਤੁਸੀਂ ਕਿਉਂਕਿ ਇਕੱਲੇ ਪੰਜਾਬ 'ਚ ਹੀ ਨਹੀਂ ਇਨਵੋਲਵ ਰਹੇ, ਸੈਂਟਰ ਗਵਰਨਮੈਂਟ ਤੱਕ ਸੈਂਟਰ ਦੀਆਂ ਤੁਸੀਂ ਪਾਲਿਸੀਆਂ ਜਿਹੜੀਆਂ ਬਣਦੀਆਂ ਰਹੀਆਂ ਉਹਨਾਂ 'ਚ ਤੁਹਾਡੀ ਇਨਵੋਲਵਮੈਂਟ ਰਹੀ ਹੈ, ਉਹਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ ਤੁਸੀਂ? ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਗੱਲ ਕਰੀਏ ਤਾਂ ਦੇਖੋ ਇਸ ਤਰ੍ਹਾਂ ਵੀ ਇਹ ਹੁਣ ਮੇਰੇ ਕਹਿਣ ਦੀ ਗੱਲ ਨਹੀਂ ਜੀ, ਵੀ ਤੁਸੀਂ ਦੇਖੋ ਰਾਈਟ, ਕਾਂਗਰਸ ਪਾਰਟੀ ਦਾ ਆਜ਼ਾਦੀ ਤੋਂ ਪਹਿਲਾਂ ਜੋ ਯੋਗਦਾਨ ਹੈ ਜੀ ਉਹ ਵੀ ਤੁਹਾਡੇ ਸਾਹਮਣੇ ਹੈ, ਜੀ ਔਰ ਉਸ ਤੋਂ ਬਾਅਦ ਇਹ ਹਿੰਦੁਸਤਾਨ ਨੂੰ ਸੈਲਫ ਰਿਲਾਇੰਟ, ਜੀ ਸੋਵਰਨ, ਡੈਮੋਕ੍ਰੈਟਿਕ, ਸੋਸ਼ਲਿਸਟ ਰਿਪਬਲਿਕ ਬਣਾਉਣ 'ਚ ਜੀ ਕਾਂਗਰਸ ਦਾ ਕਿੱਡਾ ਵੱਡਾ ਯੋਗਦਾਨ ਜੀ ਹੈ, ਰਾਈਟ। ਜੀ ਸਾਡੇ ਜਿੰਨੇ ਵੱਡੇ ਵੱਡੇ ਅਦਾਰੇ ਖੜੇ ਹੋਏ, ਜੀ ਕਈ ਵਾਰੀ ਅਖਬਾਰਾਂ 'ਚ ਖਬਰਾਂ ਪੜ੍ਹੀ ਦੀਆਂ ਤਾਂ ਮਨ ਬੜਾ ਜੀ। ਮਾਯੂਸ ਹੁੰਦਾ, ਜੀ ਰਾਈਟ। ਜੀ ਸਾਡੇ ਪਬਲਿਕ ਸੈਕਟਰ ਦੇ ਵਿੱਚ ਜੀ ਬੋਕਾਰੋ ਸਟੀਲ ਪਲਾਂਟ, ਜੀ ਦੁਰਗਾਪੁਰ, ਜੀ ਚਿਤਰੰਜਨ ਜੀ ਇੰਜਨਾਂ ਦਾ ਕਾਰਖਾਨਾ, ਜੀ ਮਤਲਬ ਥੀਸ ਆਰ ਐਗਜ਼ਾਮਪਲਸ। ਜੀ ਸਾਡਾ ਇੰਡੀਅਨ ਆਇਲ ਕਾਰਪੋਰੇਸ਼ਨ, ਜੀ ਤੁਸੀਂ ਮਤਲਬ ਉਹਦੇ ਆਊਟਪੁੱਟ ਦੇਖੋ ਤੇ ਉਹਦੇ ਇਨਫਰਾਸਟ੍ਰਕਚਰ ਦੇਖੋ, ਰਾਈਟ। ਜੀ ਸੋ ਉਹ ਮਤਲਬ ਤੁਹਾਡੇ ਸਾਹਮਣੇ ਮੈਂ ਪੰਜਾਬ ਦੀ ਨੇੜੇ ਗੱਲ ਕਰਦਾ, ਭਾਖੜਾ ਡੈਮ, ਜੀ ਫਾਈਨ ਐਗਜ਼ਾਮਪਲ, ਬਿਲਕੁਲ ਜੀ। ਕਿ ਮਤਲਬ ਕੀ ਸੋਚ ਉਸ ਵੇਲੇ ਲੀਡਰਾਂ ਦੀ। ਜੀ PGI ਤੁਹਾਡੇ ਸਾਹਮਣੇ ਬਣਿਆ, ਜੀ PAU ਐਸਟੈਬਲਿਸ਼ ਹੋਈ, ਜੀ ਗ੍ਰੀਨ ਰੈਵੋਲੂਸ਼ਨ ਆਇਆ, ਹੋਇਆ ਦੈਨ ਵਾਈਟ ਰੈਵੋਲੂਸ਼ਨ, ਮਤਲਬ ਤਰੱਕੀ ਕੀਤੀ। ਜੀ। ਤੇ ਜੇ ਹੁਣ ਅਸੀਂ ਰਿਜ਼ਰਵ ਬੈਂਕ ਨੂੰ ਖਾਣ ਲੱਗ ਜਾਗੇ, ਜੋ ਨਤੀਜਾ ਹੋਊਗਾ, ਜਾਂ ਜਿਹੜੇ ਏਡੇ ਐਸਟੈਬਲਿਸ਼ ਕੀਤੇ ਅਦਾਰੇ ਅਸੀਂ ਉਹਨਾਂ ਨੂੰ ਡਿਸਪੋਜ਼ ਆਫ ਕਰਨ ਲੱਗਾਂਗੇ। ਇੱਕ ਪਾਸੇ ਬਣਾਉਣ ਵਾਲੇ ਆ, ਇੱਕ ਪਾਸੇ ਡਿਸਪੋਜ਼ ਆਫ ਕਰਨ ਵਾਲੇ, ਐਂਡ ਯੂ ਕੰਪੇਅਰ ਦ ਟੂ। ਆਪਾਂ ਜ਼ਿਆਦਾ ਮੱਡ ਸਲਿੰਗਿੰਗ ਕਿਉਂ ਜਾਣਾ ਜੀ। ਪਰ ਉਹਦੇ 'ਚ ਹੈ ਨਾ, ਉਹਦੇ 'ਚ ਆਪਾਂ ਦੇਖੀਏ ਜੇ ਸੈਂਟਰ ਲੈਵਲ 'ਤੇ ਵੇਚੀਆਂ ਜਾ ਰਹੀਆਂ, ਪੰਜਾਬ 'ਚ ਤੁਹਾਡੀ ਕਾਂਗਰਸ ਦੀ ਸਰਕਾਰ, ਬਠਿੰਡਾ ਥਰਮਲ ਪਲਾਂਟ ਦਾ 2017 'ਚ ਮੇਨਟੇਨ ਕੀਤਾ, ਉਹਨੂੰ ਲਗਭਗ ਸ਼ਾਇਦ ਮੈਂ ਐਗਜ਼ੈਕਟ ਫਿਗਰ ਨਹੀਂ ਯਾਦ, 500 ਕਰੋੜ ਸਮਥਿੰਗ ਉਹਦੇ ਇਨਵੈਸਟ ਕਰਕੇ, ਪਰ ਉਹ ਤੁਹਾਡੀ ਕਾਂਗਰਸ ਸਰਕਾਰ ਨੇ ਵੇਚਿਆ। ਕਿੱਡਾ ਵਧੀਆ ਪੁਰਾਣਾ ਸੀਗਾ ਤੇ ਉਹ 20 ਸਾਲ ਹਲੇ ਕੰਮ ਕਰ ਸਕਦੇ। ਦੇਖੋ ਜਿਹੜੇ ਕੰਟਰੋਵਰਸੀ ਦਾ ਬਾਇਸ ਹੈ ਜੀ, ਜਿਹੜੇ ਐਗਰੀਮੈਂਟ, ਜੀ
ਉਹ ਕਦੋਂ ਇਨੈਕਟ ਹੋਏ, ਜੀ ਕਿਹਨਾਂ ਨੇ ਕੀਤੇ? ਜੀ ਉਹ ਤਾਂ ਨੇਚਰਲੀ ਅਕਾਲੀਆਂ ਨੇ ਕੀਤੇ ਜੀ। ਕੀਤੇ ਜੀ। ਮਤਲਬ our people are paying the price, ਜੀ government is paying the price। ਜੀ ਜਿਹੜੀਆਂ ਮੁਸ਼ਕਲਾਂ ਉਸ ਦੀ ਬਦੌਲਤ ਹਨ, ਜੀ ਤੇ ਉਹ ਹੁਣ ਪ੍ਰੈਸ਼ਰ ਸਰਕਾਰ ਤੇ ਵੀ ਹੈ। ਜੀ ਤੋ ਪਰ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਸੀ ਕਿ ਹੁਣ ਇਨੀਸ਼ੀਏਟਿਵ ਲੈ ਰਹੇ ਆ ਉਹ। ਜੀ ਮੇਰਾ ਮਤਲਬ ਉਹਨੂੰ ਅਨਲ ਕਰਨਾ ਚਾਹੀਦਾ। ਚਾਹੀਦਾ ਜੀ। Now they say we are going to ਜੀ take the initiative and annul those ਜੀ। agreement। What I mean, ਜਦੋਂ ਗਲਤ ਸਟੈਪਸ ਲਏ ਜਾਣਗੇ ਜਾਣੇ ਜੀ ਤਾਂ ਉਹ ਹਾਰਮ ਤਾਂ ਕਰਨਗੇ, ਕਰਨਗੇ ਜੀ। ਰਾਈਟ। ਜੀ ਅੱਜ ਉਸ ਵੇਲੇ ਦਾ ਤੁਹਾਨੂੰ ਮੈਂ ਚੇਤੇ ਕਰਾਉਣਾ, ਜੀ ਡਿਊਰਿੰਗ ਹਿਸ ਲਾਸਟ ਟੈਨਿਓਰ ਜੀ ਕੈਪਟਨ ਸਾਹਿਬ ਨੇ ਜਿੱਥੇ ਏਸੀ ਚੱਲਣੇ ਬੰਦ ਕਰਾਏ, ਸ਼ਾਮ ਨੂੰ ਹਾਂਜੀ। ਬਾਜ਼ਾਰਾਂ ਦੇ ਆਵਰਸ ਵੀ ਘਟਾਤੇ। ਘਟਾਤੇ ਜੀ। ਇਟ ਵਾਸ ਟੂ ਫੈਸਿਲਿਟੇਟ ਦਾ ਫਾਰਮਿੰਗ ਜੀ ਜੀ ਪੀਜ਼ੈਂਟਰੀ, ਜੀ ਸਾਡੀ ਬਿਜਾਈ ਸਹੀ ਹੋ ਜਾਏ। ਜੀ ਸੋ ਆਲਵੇਜ਼ ਹੀ ਇਜ਼ ਅ ਮੈਨ ਵਿਦ ਵਿਜ਼ਨ। ਜੀ ਜੀ ਪਰ ਉਹਦੇ ਦੂਜੇ ਪਾਸੇ ਕੁਝ ਜਿਹੜੇ ਇੰਜੀਨੀਅਰ ਐਕਸਪਰਟ ਨੇ ਉਹਨਾਂ ਦੀ ਇਹ ਵੀ ਹੈ ਉਹਨਾਂ ਦੀ ਜੱਜਮੈਂਟ ਕਿ ਕਹਿੰਦੇ ਜੇ ਬਠਿੰਡੇ ਵਾਲਾ ਥਰਮਲ ਪਲਾਂਟ ਨਾ ਵੇਚਿਆ ਹੁੰਦਾ ਤੇ ਸ਼ਾਇਦ ਇਸ ਟਾਈਮ ਜੋ ਸਰਕਾਰ ਨੂੰ, ਜੋ ਪੰਜਾਬ ਨੂੰ ਬਿਜਲੀ ਸੰਕਟ 'ਚ ਨਿਕਲ ਰਿਹਾ ਕਿ ਪ੍ਰਾਈਵੇਟ ਥਰਮਲ ਬੰਦ ਹੋ ਗਏ, ਉਹ ਬਿਜਲੀ ਦੇ ਨਹੀਂ ਰਹੇ, ਸਰਕਾਰੀ ਥਰਮਲ ਜਿਹੜੇ ਏਜ 'ਤੇ ਜੇ ਚੱਲਦੇ ਹੁੰਦੇ ਤੇ ਇਹ ਪੋਜੀਸ਼ਨ ਨਹੀਂ ਹੋਣੀ ਸੀ। ਦੇयर ਮਸਟ ਬੀ ਸਮ ਸੋਲਿਡ ਰੀਜ਼ਨ। ਜੀ ਜੇ ਕੋਈ ਚੀਜ਼ ਆਊਟਡੇਟਡ ਹੋ ਜਾਏ, ਜੀ ਪੂਰੇ ਆਊਟਪੁੱਟ ਉਹਦਾ ਨਾ ਹੋਵੇ ਜੀ ਇਕਨੋਮਿਕਲੀ, ਫਿਰ 500 ਕਰੋੜ ਲਾਉਣ ਦੀ ਫਿਰ ਉਹ ਪਹਿਲੇ ਵੇਚ ਦੇਣਾ ਚਾਹੀਦਾ ਸੀ। ਨਹੀਂ, ਮੈਂ ਤਾਂ ਹੁਣ ਇਹਦੇ ਬਾਰੇ ਤੁਹਾਨੂੰ ਕੁਝ ਨਹੀਂ ਕਹਿੰਦਾ। ਹੁਣ ਇਹ ਕਹਿ ਰਹੇ ਕਿ 20 ਸਾਲ ਤੱਕ ਦੀ ਸੀਗੇ, 20 ਸਾਲ ਤੱਕ ਚੱਲਣਾ ਸੀ, ਪਰ ਕੈਪਟਨ ਸਰਕਾਰ ਨੇ ਉਹਦੇ ਤੇ ਕੈਪਟਨ ਸਰਕਾਰ ਤੇ ਐਲੀਗੇਸ਼ਨ ਆਉਂਦਾ, ਜਿਵੇਂ ਕਿ ਜਿਹੜੇ ਬਿਜਲੀ ਸਮਝੌਤੇ ਉਹਨਾਂ ਦਾ ਅਕਾਲੀ ਦਲ ਤੇ ਐਲੀਗੇਸ਼ਨ ਹੈ। ਦੇਖੋ ਦਿਸ ਸਮਾਰਟ ਸਲਿੰਗਿੰਗ ਗੇਮ ਗੋਜ਼ ਔਨ। ਜੀ ਵੀ ਜੇ ਉਹਨਾਂ ਨੇ ਸਮਝੌਤੇ ਗਲਤ ਕੀਤੇ, ਵੀ ਆਰ ਪੇਇੰਗ ਦੀ ਪ੍ਰਾਈਸ। ਜੀ ਜੀ ਅਦਰਵਾਈਜ਼ ਆਈ ਵਿਲ ਸੇ ਵੀ ਕੈਪਟਨ ਅਮਰਿੰਦਰ ਸਿੰਘ ਜਿਹੜੇ ਉਹਨਾਂ ਦੀ ਸੋਚ ਬੜੀ ਪੋਜ਼ਿਟਿਵ ਹੈ। ਜੀ ਜੀ ਐਂਡ ਹੀ ਇਜ਼ ਅ ਮੈਨ ਵਿਦ ਵਿਜ਼ਨ। ਜੀ ਜੀ ਅੱਛਾ ਸਰ, ਮੈਂ ਅਗਲੇ ਹੁਣ 2022 ਦੇ ਇਲੈਕਸ਼ਨ ਨੇੜੇ ਆ ਰਹੇ ਨੇ ਤੇ ਜਦੋਂ ਇਲੈਕਸ਼ਨ ਨੇੜੇ ਆਉਂਦੇ ਸਾਰੀਆਂ ਪੋਲੀਟੀਕਲ ਪਾਰਟੀਆਂ ਜਿਹੜੀ ਆਪਦਾ ਵੋਟ ਬੈਂਕ ਇਕੱਠਾ ਕਰਨ ਵਾਸਤੇ ਕੰਸਟ੍ਰੇਸ਼ਨ ਕਰਦੀਆਂ ਕਿ ਉਹ ਆਪਦੀ ਜਿਹੜੀ ਹੈਗੀ ਹੈ ਸਰਗਰਮੀ ਵਧਾਉਂਦੀਆਂ, ਪਰ ਕਾਂਗਰਸ ਦੀ ਜਿਹੜੀ ਹੈਗੀ ਜਿਵੇਂ ਜਿਵੇਂ ਇਲੈਕਸ਼ਨ ਨੇੜੇ ਆ ਰਹੇ ਆ ਅੰਦਰ ਪਾਰਟੀ 'ਚ ਫੁੱਟ ਵੱਧ ਰਹੀ ਹੈ, ਲੋਕਾਂ ਨੂੰ ਨਾਲ ਜੋੜਨ ਦੀ ਬਜਾਏ ਉਹ ਆਪਦੇ 'ਚ ਵੀ ਫੁੱਟ ਵੱਧ ਰਹੀ ਹੈ। ਇਹਨੂੰ ਤੁਸੀਂ ਕਿਵੇਂ ਲੈਂਦੇ ਹੋ? ਦੇਖੋ ਮੈਂ ਤੁਹਾਨੂੰ ਦੱਸਾਂ ਵੀ ਪਿੱਛੇ ਜਿਹੜੀ ਮੀਟਿੰਗ ਕੀਤੀ ਜੀ ਉਹਦੇ 'ਚ ਮੈਂ ਉਸ ਮੀਟਿੰਗ ਤੋਂ ਇਸ ਤਰ੍ਹਾਂ ਸੈਟੀਸਫਾਈਡ ਹਾਂ ਜੀ ਵੀ ਉੱਥੇ ਸਭ ਨੇ ਬੇਬਾਕੀ ਨਾਲ ਆਪਣੇ ਆਪ ਨੂੰ ਐਕਸਪ੍ਰੈਸ ਕੀਤਾ। ਓਕੇ ਉਹਨਾਂ ਨੇ ਵੀ ਰਾਏ ਮੰਗੀ ਸੀ ਵੀ ਦਿਓ ਕਿਸ ਤਰ੍ਹਾਂ ਜੀ, ਤਾਂ ਸਭ ਨੇ ਖੁੱਲ੍ਹ ਕੇ ਜ਼ਿਕਰ ਕੀਤਾ ਆਪਣੀਆਂ ਭਾਵਨਾਵਾਂ ਦਾ। ਜੀ ਤੇ ਬਾਕੀ ਤੁਹਾਨੂੰ ਪਤਾ ਉਹ 3 ਮੈਂਬਰ ਪੈਨਲ ਆਇਆ ਜੀ, ਬੜੀ ਲੰਬੀ ਐਕਸਰਸਾਈਜ਼ ਹੋਈ ਹੈ ਜੀ ਐਂਡ ਕਾਂਗਰਸਮੈਨ ਐਂਡ ਪੀਪਲ ਆਫ ਪੰਜਾਬ ਆਰ ਵੇਟਿੰਗ। ਜੀ ਔਰ ਕੈਪਟਨ ਸਾਹਿਬ ਨੇ ਕਿਹਾ ਵੀ ਜੋ ਸੋਨੀਆ ਜੀ ਜੀ ਆਦੇਸ਼ ਦੇਣਗੇ ਜੀ we will abide by that। ਜੀ I'm sure ਜੀ। something positive will emerge। ਜੀ ਮੇਰਾ ਤਾਂ ਇਹੀ ਅਨੁਮਾਨ ਹੈ ਓਕੇ ਵੀ ਜਿਹੜਾ ਚੁਣਾਵ ਹੈ ਜੀ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਲੀਡਰਸ਼ਿਪ ਥੱਲੇ ਲੜਿਆ ਜਾਏਗਾ, ਜੀ ਪਾਰਟੀ ਸਟਰਕਚਰ ਨੂੰ ਖੜਾ ਕੀਤਾ ਜਾਏਗਾ ਜੀ ਐਂਡ ਉਹ ਇਹਨਾਂ 3-4 ਮਹੀਨਿਆਂ 'ਚ ਜੀ ਪੋਜ਼ਿਟਿਵ ਰਿਜ਼ਲਟ ਦੇਣ ਦੀ ਕੋਸ਼ਿਸ਼ ਕਰਨ ਜੀ ਸੋ ਦੈਟ ਵੀ ਅਗੇਨ ਫਾਰਮ ਦੀ ਗਵਰਨਮੈਂਟ। ਜੀ ਜੀ ਕਿਉਂਕਿ ਤੁਸੀਂ ਜੇ ਅਕਾਲੀਆਂ ਦਾ ਕਹੋ, ਜੀ ਅਕਾਲੀਆਂ ਦੇ ਬਾਰੇ ਲੋਕਾਂ ਨੂੰ ਪਿਕਚਰ ਕਲੀਅਰ ਹੈ ਜੀ ਕਿ ਇਹਨਾਂ ਕੋਲੋਂ ਭਲੇ ਦੀ ਉਮੀਦ ਜੀ ਹੈ ਨਹੀਂ। ਜੀ ਔਰ ਆਪ ਦਾ ਜਿਹੜਾ ਹਲੇ ਵੀ ਜੀ ਜਿਹੜਾ ਸਟਰਕਚਰ ਹੈ ਜੀ ਉਹਨਾਂ ਦੇ ਦਿਮਾਗ 'ਚ ਕਲੈਰਿਟੀ ਨਹੀਂ। ਜੀ ਜਿਹੜੀ ਕੇਜਰੀਵਾਲ ਜੀ ਦੀ ਰੀਸੈਂਟ ਜੀ। ਫੇਰੀ ਹੈ ਜੀ ਉਹਦੇ ਬਾਅਦ 'ਚ ਜੋ ਕੁਝ ਡਿਸਕਸ਼ਨਸ ਹੋ ਰਹੀਆਂ, ਜੀ ਯੂ ਬੀਇੰਗ ਅ ਜਰਨਲਿਸਟ ਜੀ ਯੂ ਨੋ ਬੈਟਰ ਜੀ ਵੀ ਉਹਦਾ ਕੀ ਲੋਕਾਂ 'ਚ ਪ੍ਰਤੀਕਰਮ। ਜੀ ਸੋ ਇਫ ਐਵਰੀਥਿੰਗ ਗੋਜ਼ ਵੈਲ ਜੀ ਤਾਂ ਕਾਂਗਰਸ ਇਹਨਾਂ 5-4 ਮਹੀਨਿਆਂ 'ਚ ਜੀ ਆਪਣੀ ਕਮਜ਼ੋਰੀਆਂ ਨੂੰ ਜੀ ਮੇਕਅਪ ਕਰਨ ਦੀ ਕੋਸ਼ਿਸ਼ ਕਰਨਗੇ ਤੇ ਲੂਪ ਹੋਲਸ ਨੂੰ ਪਲੱਗ ਕਰਨਗੇ ਜੀ ਜੀ so that people get satisfied ਜੀ and there is deliverance। ਜਿਵੇਂ ਅਸੀਂ ਕਣਕ ਦੇ ਸੀਜ਼ਨ ਨੂੰ ਬੜੀ ਅੱਛੀ ਤਰ੍ਹਾਂ ਨਿਭਾਇਆ ਜੀ ਐਂਡ ਨਾ ਕਿਸੇ ਵਪਾਰੀ ਨੂੰ ਕੋਈ ਦਿੱਕਤ ਆਈ ਹੈ। ਜੀ
ਨਾ ਕਿਸੇ ਟਰਾਂਸਪੋਰਟਰ ਨੂੰ, ਜੀ ਨਾ ਫਾਰਮਿੰਗ ਕਮਿਊਨਿਟੀ ਨੂੰ। ਜੀ ਸੋ ਆਈ ਥਿੰਕ ਹੀ ਵਿਲ ਬੀ ਏਬਲ ਟੂ ਮੇਕ ਇਟ। ਜਿਵੇਂ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ, ਜਿਹੜੀ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ, ਉਹਨੇ ਬਹੁਤ ਵਧੀਆ ਪ੍ਰਬੰਧ ਦਿੱਤਾ ਪੰਜਾਬ ਨੂੰ, ਆਪਦੇ ਜਿਹੜੇ ਹਾਲਾਤ ਸੁਧਾਰਨ ਦੀ ਕੋਸ਼ਿਸ਼ ਕੀਤੀ। ਉਦੋਂ ਮੁਕਾਬਲੇ ਇਹ ਜਦੋਂ 2017 ਚ ਸਰਕਾਰ ਬਣੀ ਹੈ ਕੈਪਟਨ ਅਮਰਿੰਦਰ ਸਿੰਘ ਦੀ, ਉਦੋਂ ਤਾਂ ਇਹ ਲੋਕਾਂ 'ਚ ਪਰਸੈਪਸ਼ਨ ਬਣੀ ਹੋਈ ਹੈ ਕਿ ਇਹ ਜਿਹੜੀ ਸਰਕਾਰ ਬਣਾਈ ਹੈ ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਦੀ ਜਿਹੜੀ ਹੈਗੀ ਹੈ, ਉਹਨਾਂ ਨੇ ਸਹਿਮਤੀ ਨਾਲ ਜਾਂ ਮਿਲੀ ਭੁਗਤ ਨਾਲ ਉਹਨਾਂ ਦੇ ਜੋ ਕੋਈ ਸਮਝੌਤੇ ਤਹਿਤ ਬਣੀ ਹੋਈ ਹੈ ਸਰਕਾਰ। ਤੇ ਕਿਤੇ ਇਹ ਹੁਣ ਕੁਛ ਜਿਹੜੀ ਤਰ੍ਹਾਂ ਦਾ ਐਲੀਗੇਸ਼ਨ ਲਾਉਂਦੇ ਆ ਕਾਂਗਰਸ ਤੇ ਕਿ ਇਹ ਜਿਹੜਾ ਸਮਝੌਤਾ ਸੀ ਕੈਪਟਨ ਤੇ ਬਾਦਲ ਦਾ ਕਿ ਮੈਂ ਇੱਕ ਵਾਰ ਮੈਂ ਸਰਕਾਰ ਬਣਾ ਲਾਂ, ਦੂਜੀ ਵਾਰ ਤੁਸੀਂ ਬਣਾ ਲਓ, ਇਹ ਜਿਹੜੀ ਫੁੱਟ ਵੀ ਹੈ ਇਹ ਕਿਸੇ ਉਸ ਸਮਝੌਤੇ ਤਹਿਤ। ਇੱਕ ਤੁਸੀਂ ਪੱਤਰਕਾਰ ਹੋ ਜੀ, ਤੁਹਾਨੂੰ ਇਹ ਗੱਲ ਜੱਚਦੀ ਹੈ ਜੀ ਵੀ ਕੈਪਟਨ ਅਮਰਿੰਦਰ ਸਿੰਘ ਚਾਹੂਗਾ ਮੈਂ ਦੁਬਾਰਾ ਕਾਂਗਰਸ ਸਰਕਾਰ ਨਾ ਬਣਾਵਾਂ? ਨਹੀਂ, ਇਟ ਕਮਿਟਮੈਂਟ ਇਜ਼ ਅ ਕ੍ਰੈਡਿਟ ਔਰ ਡਿਸਕ੍ਰੈਡਿਟ ਟੂ ਹਿਮ। ਲੋਕਲ ਲੈਵਲ ਤੇ ਜਦੋਂ ਇੱਕ ਪਿੰਡ ਦਾ, ਇੱਕ ਪਰਿਵਾਰ ਜਾਂ ਇੱਕ ਪਿੰਡ ਦਾ ਰੌਲਾ ਪੈਂਦਾ ਸਰਪੰਚੀ ਦਾ, ਆਮ ਤੌਰ ਤੇ ਸਾਡੇ ਪਿੰਡਾਂ 'ਚ ਹੁੰਦਾ ਕਿ ਸਰਪੰਚੀ ਭਾਈ 2.5 ਸਾਲ ਤੂੰ ਕਰ ਲਾ, 2.5 ਸਾਲ ਮੈਂ ਕਰ ਲਾਂ, ਜਾਂ ਇਸ ਵਾਰ ਇਹਨੂੰ ਸਰਪੰਚ ਬਣਾਉਣਾ ਨੈਕਸਟ ਟਾਈਮ। ਇਹ ਤਾਂ ਚੱਲਦਾ ਹੀ ਆਇਆ ਜੀ ਆਮ ਤੌਰ ਤੇ ਪੰਜਾਬ 'ਚ, ਤਾਂ ਆਮ ਤੌਰ ਤੇ ਹੁੰਦਾ ਲੋਕਾਂ। ਤੁਸੀਂ ਕਹੋ ਇਹ ਗੱਲ ਜੀ, ਪਰ ਮੇਰੇ ਕੋਲੇ ਇਹ ਰੀਜ਼ਨਿੰਗ ਮੇਰੇ ਮਨ ਤੇ ਨਹੀਂ ਅਸਰ ਕਰਦੀ ਜੀ ਇਨ ਦੀ ਸੈਂਸ ਜੀ ਹੀ ਵੁੱਡ ਲਵ ਟੂ। ਜੀ ਉਦੋਂ ਕਹਿੰਦੇ ਸੀ ਮੈਂ ਤਾਂ ਗਾਂ ਲੜਨਾ ਹੀ ਨਹੀਂ ਇਲੈਕਸ਼ਨ, ਜੀ ਕਹਿੰਦੇ ਸੀ ਨਾ। ਜੀ ਬਿਲਕੁਲ ਕਹਿੰਦੇ ਸੀ, ਬਟ ਨਾਓ ਹੀ ਇਜ਼ ਪ੍ਰੀਪੇਅਰਡ ਫॉर द सेकंड ਇਨਿੰਗ। ਜੀ ਜੀ ਤੋ ਜੇ ਉਹਨਾਂ ਦੇ ਮਨ 'ਚ ਕੋਈ ਆਸ ਉਮੀਦ ਹੈ, ਜੀ ਹੋਪ ਹੈ, ਜੀ ਤਾਂ ਹੀ ਉਹ ਲੜਨਾ ਚਾਹੁੰਦੇ। ਜੀ ਜੀ ਆਸ ਉਮੀਦ ਇਹ ਵੀ ਹੋ ਸਕਦੀ ਹੈ ਕਿ ਜਿਹੜੇ ਵਾਅਦੇ ਪੂਰੇ ਕਰਨੇ, ਜਿਹੜੇ ਬਾਦਲ ਪਰਿਵਾਰ ਨਾਲ ਵਾਅਦਾ ਕੀਤਾ। ਜੀ ਨਹੀਂ ਨਹੀਂ, ਇਹ ਮੇਰੀ ਗੱਲ ਸੁਣੋ, ਜੀ ਪੋਲਿਟਿਕਸ ਇਜ਼ ਅ ਗੇਮ। ਓਕੇ, ਹਰ ਬੰਦਾ ਆਪਣੀਆਂ ਨਰਦਾਂ ਪਲੇ ਕਰਦਾ ਹੈ, ਜੀ ਐਂਡ ਆਈ ਐਮ ਸ਼ੋਰ ਜੀ ਹੀ ਵਿਲ ਟਰਾਈ ਹਿਸ ਬੈਸਟ ਟੂ ਫਾਰਮ ਦੀ ਗਵਰਨਮੈਂਟ ਅਗੇਨ। ਜੀ ਜੀ ਅੱਛਾ ਸ਼ਰਮਾ ਜੀ, ਕਾਂਗਰਸ ਪਾਰਟੀ ਜਿਹੜੀ ਇੰਡੀਆ ਦੀ ਸਭ ਤੋਂ ਪੁਰਾਣੀ ਪਾਰਟੀ ਹੈ ਜੀ, ਤੇ ਕਾਂਗਰਸ ਪਾਰਟੀ ਦਾ ਜਿਹੜਾ ਸਟਰਕਚਰ ਹੈ ਉਹ ਬਹੁਤ ਮੰਨਿਆ ਹੋਇਆ ਹੈ ਕਿ ਇੱਥੇ ਸਾਰਿਆਂ ਨੂੰ ਬਰਾਬਰ ਪ੍ਰਤੀਨਿਧਤਾ ਮਿਲਦੀ ਹੈ। ਉਹਦੇ 'ਚ ਕਾਂਗਰਸਾਂ ਦੇ ਜਿਹੜੀ ਲੀਡਰਾਂ ਦੀ, ਪੁਰਾਣਿਆਂ ਦੀ ਕਮਿਟਮੈਂਟ ਹੈ, ਉਹ ਵੀ ਇੱਕ ਐਗਜ਼ਾਮਪਲ ਆਪਣੇ ਆਪ 'ਚ ਕਿ ਜਿਹੜੇ ਟਕਸਾਲੀ ਕਾਂਗਰਸੀ ਨੇ ਉਹ ਇੰਨੇ ਕਮਿਟਡ ਨੇ, ਜਿਹੜੇ ਪਰਿਵਾਰ ਹੈ ਉਹ ਪੀੜ੍ਹੀਆਂ ਦੀ ਪੀੜ੍ਹੀ ਕਾਂਗਰਸ ਨਾਲ ਜੁੜੇ ਹੋਏ ਨੇ ਲਗਾਤਾਰ, ਕਿ ਅਸੀਂ ਤਾਂ ਕਾਂਗਰਸ ਨਾਲ ਹੀ ਹੈ ਜੋ ਮਰਜ਼ੀ ਹੋਵੇ। ਖੜੇ ਆ। ਇਹ ਕਾਂਗਰਸ ਦਾ ਕਲਚਰ ਹੈ ਜਿਹੜਾ ਐਸਟੈਬਲਿਸ਼ ਕੀਤਾ ਹੈ। ਪਰ ਅੱਜ ਜਿਹੜੇ ਮਾਹੌਲ ਹੈ ਕਾਂਗਰਸ ਦਾ ਪੰਜਾਬ 'ਚ ਖਾਸ ਕਰਕੇ, ਕਿ ਜਿਹੜੇ ਬਾਹਰਲੀਆਂ ਪਾਰਟੀਆਂ ਤੋਂ ਆਏ ਹੋਏ ਲੀਡਰ ਨੇ, ਜਿਵੇਂ ਨਵਜੋਤ ਸਿੱਧੂ ਲਾ ਲਓ, ਜਾਂ ਜਿਹੜੇ ਉਹਦੇ ਮੁਕਾਬਲੇ ਜਿਹੜੇ ਟਕਸਾਲੀ ਕਾਂਗਰਸੀ ਨੇ, ਈਵਨ ਕਿ ਕੈਪਟਨ ਅਮਰਿੰਦਰ ਸਿੰਘ ਵੀ ਅਕਾਲੀ ਦਲ 'ਚੋਂ ਆਇਆ ਹੈ, ਜਿਹੜੇ ਟਕਸਾਲੀ ਕਾਂਗਰਸੀ ਨੇ, ਜਿਹੜੇ ਪੱਕੇ ਤੌਰ ਤੇ ਕਾਂਗਰਸ ਤੋਂ ਬਾਹਰ ਕਿਤੇ ਗਏ ਹੀ ਨਹੀਂ, ਉਹਨਾਂ ਦੇ ਮੁਕਾਬਲੇ ਬਾਹਰੋਂ ਨੂੰ ਵੱਧ ਅਹਿਮੀਅਤ ਕਿਉਂ ਦਿੱਤੀ ਜਾਂਦੀ? ਦੇਖੋ, ਜਦੋਂ ਵੀ ਆਪਣੇ ਘਰੇ ਕੋਈ ਪ੍ਰਾਹੁਣਾ ਆਉਂਦਾ ਜੀ, ਅਸੀਂ ਉਹਨੂੰ ਮਾਨ ਸਤਿਕਾਰ ਦਿੰਦੇ ਆ ਜੀ। ਜੇ ਉਹਨੂੰ ਮਾਨ ਸਤਿਕਾਰ ਨਾ ਦਈਏ ਜੀ, ਹਾਊ ਯੂ ਵਿਲ ਫੀਲ ਐਟ ਹੋਮ। ਪਰ ਇਹ ਤਾਂ ਨਹੀਂ ਕਿ ਪ੍ਰਾਹੁਣਾ ਆਇਆ ਤਾਂ ਸਾਰੀ ਗੱਲ ਦੋ। ਨਹੀਂ ਨਹੀਂ, ਦੈਟ ਇਜ਼ ਨਾਟ ਜੀ, ਉਹ ਨਹੀਂ ਗੱਲ ਜੀ। ਪਰ ਉਹਨੂੰ ਥੋੜਾ ਬੂਸਟ ਕਰਨਾ ਪੈਂਦਾ ਜੀ ਆਪਣੇ ਆਪ 'ਚ ਜੀ ਰਲਾਉਣ ਲਈ। ਬਟ ਡੈਫੀਨਿਟਲੀ ਜਿਹੜੇ ਬੰਦੇ ਪੁਰਾਣੇ ਆ ਜੀ, ਉਹ ਉਹਨਾਂ ਨੂੰ ਉਹਨਾਂ ਦਾ ਸਥਾਨ ਡਿਊ ਮਿਲਣਾ ਹੀ ਚਾਹੀਦਾ ਜੀ। ਦੇ ਸ਼ੁੱਡ ਗੈਟ ਇਟ ਜੀ। ਸੋ ਆਈ ਥਿੰਕ ਪਾਰਟੀ ਵਿਲ ਕੀਪ them in mind। ਤੁਹਾਨੂੰ ਲੱਗਦਾ ਹੈ ਕਿ ਜਿਹੜਾ ਤੁਹਾਡਾ ਕਾਂਗਰਸ ਪਾਰਟੀ ਵਿੱਚ ਆਇਆ ਹੋਇਆ ਪ੍ਰਾਹੁਣਾ ਨਵਜੋਤ ਸਿੰਘ ਸਿੱਧੂ, ਉਹਨੂੰ ਉਹ ਪ੍ਰਾਹੁਣਿਆਂ ਵਾਲਾ ਮਾਸਤ ਕਰ ਦਿਓਗੇ? ਦੇਖੋ, ਅਸੀਂ ਤਾਂ ਉਹਨੂੰ ਦਿੱਤਾ ਹੀ ਹੋਇਆ, ਹੀ ਵਾਸ ਮੇਡ ਅ ਮਿਨਿਸਟਰ। ਨਹੀਂ, ਪਰ ਮਿਨਿਸਟਰ ਤਾਂ ਉਹ ਛੱਡ ਚੁੱਕਾ ਬਹੁਤ ਚਿਰ। ਨਹੀਂ, ਉਹ ਛੱਡ ਚੁੱਕੇ ਤੇ ਆਪਣੀ ਮਰਜ਼ੀ ਨਾਲ ਛੱਡੇ। ਛੱਡ ਚੁੱਕਾ, ਓਕੇ ਜੀ। ਕਿਸੇ ਨੇ ਤਾਂ ਨਹੀਂ ਕਿਹਾ। ਜੀ ਜੀ। ਨੋਬਡੀ ਆਸਕਡ ਮੀ। ਓਕੇ ਜੀ। ਹੁਣ ਮੈਂ ਤਾਂ ਕੋਈ ਉਹ ਮਤਲਬ ਮਡ ਸਲਿੰਗਿੰਗ 'ਚ ਨਹੀਂ ਪੈਣਾ ਜੀ। ਤੋ ਇਹ ਗੱਲ ਤਾਂ ਤੁਸੀਂ ਨਿਰਮਲ ਜੀ ਸਹਿਮਤ ਹੋਵੋਗੇ ਜੀ। ਮਹਿਕਮੇ ਦਾ ਬਦਲਣਾ, ਨਵੇਂ ਅਲਾਟ ਕਰਨਾ, ਜੀ, ਇਟ ਇਜ਼ ਪ੍ਰੀਰੋਗੇਟਿਵ ਆਫ ਦ ਚੀਫ। ਜੀ ਜੀ। ਓਕੇ। ਤੋ ਵਨ ਹੈਜ਼ ਟੂ ਰੀਕਨਸਾਈਲ। ਜੀ। ਫਿਰ ਉਹਨਾਂ ਨੂੰ ਤਾਂ ਪਾਵਰ ਦਾ ਮਹਿਕਮਾ ਦਿੱਤਾ ਗਿਆ ਸੀ, ਜਿਹੜਾ ਵੀ ਦਿੱਤਾ ਜੀ। ਵਨ ਸ਼ੁੱਡ ਉਸ ਨੂੰ ਉਹਨੂੰ ਖੂਬਸੂਰਤੀ ਨਾਲ ਪੇਸ਼ ਕਰਨਾ ਚਾਹੀਦਾ। ਜੀ ਜੀ। ਜੇ ਉਹਦੇ 'ਚ ਕੋਈ ਰੋਕਸਾ ਦੂਰ ਕਰਨੇ ਚਾਹੀਦੇ। ਜੀ। ਸ਼ਰਮਾ ਜੀ, ਮੈਨੂੰ ਇਹ ਸਵਾਲ ਸਭ ਤੋਂ ਪਹਿਲਾਂ ਸਟਾਰਟ 'ਤੇ ਪੁੱਛਣਾ ਚਾਹੀਦਾ ਸੀਗਾ ਕਿ ਆਪਾਂ ਪੋਲਿਟਿਕਸ ਬਾਰੇ ਗੱਲਾਂ ਕਰਦੇ ਹਾਂ, ਤੁਹਾਡੀ ਪਰਸਨਲ ਲਾਈਫ ਬਾਰੇ। ਤੁਹਾਡਾ ਪੋਲਿਟਿਕਸ 'ਚ ਆਉਣ ਦਾ ਸਬਬ ਕਿਵੇਂ ਬਣਿਆ, ਤੇ ਉਸ ਤੋਂ ਪਹਿਲਾਂ ਤੁਹਾਡੀ ਆਪਣੀ ਜਿਹੜੀ ਸਟੂਡੈਂਟ ਲਾਈਫ ਤੋਂ ਸਾਰੇ ਦਰਸ਼ਕਾਂ ਨੂੰ ਜਾਣੂ ਕਰਾਓ ਕਿ ਤੁਸੀਂ ਆਪਦੇ ਜਨਮ ਤੋਂ ਲੈ ਕੇ ਆਪਦੀ ਸਟੱਡੀ ਤੱਕ, ਤੇ ਤੁਹਾਡਾ ਜਿਹੜਾ ਹੈਗਾ ਤੁਸੀਂ ਜਿਹੜਾ ਲਾਅ ਇੱਕ ਬਹੁਤ ਮਸ਼ਹੂਰ ਵਕੀਲ ਰਹੇ ਹੋ,
ਉਹ ਬਰੀਫ ਚ ਸਾਡੇ ਦਰਸ਼ਕਾਂ ਦੇਖੋ ਜਿਹੜੀ ਤੁਸੀਂ ਪੋਲਿਟਿਕਸ ਚੋਣ ਦੀ ਗੱਲ ਕਰਦੇ ਹੋ ਜੀ, ਇਟ ਇਜ਼ ਇਨ ਮਾਈ ਬਲੱਡ ਜੀ, ਰਾਈਟ। ਓਕੇ, ਆਈ ਵਾਸ ਵੈਰੀ ਸਮਾਲ ਇਨ ਏਜ ਜੀ, ਜਦੋਂ ਮੈਂ ਆਪਣੇ ਪਿਤਾ ਦੇ ਨਾਲ ਖੱਦਰ ਦਾ ਕੁੜਤਾ ਪਜਾਮਾ ਪਾ ਕੇ ਓਕੇ, ਮੂਲੀ ਫੜ ਕੇ ਉਹਨਾਂ ਦੀ ਓਕੇ, ਜਾਇਆ ਕਰਦਾ ਸੀ। ਓਕੇ। ਤੁਹਾਡੇ ਪਿਤਾ ਜੀ ਆਲਰੇਡੀ ਪੋਲਿਟਿਕਸ ਸੀ? ਐਵਰੀਬਾਡੀ ਨੋਜ਼ ਇਟ। ਓਕੇ, ਉਹ ਜਿਹੜਾ ਇੱਥੇ ਕਾਲਜ ਹੈ, ਜੀ, ਕਾਲਜ ਆਫ ਐਜੂਕੇਸ਼ਨ, ਜੀ, ਜੀ, ਇਟ ਇਜ਼ ਨੇਮਡ ਆਫਟਰ ਪੰਡਤ ਚੇਤਨ ਦੇਵ। ਤੁਹਾਡੇ ਪਿਤਾ ਜੀ ਤੁਹਾਨੂੰ ਦੱਸ ਦੇਣਗੇ, ਬਿਲਕੁਲ ਜੀ, ਜੀ, ਤੁਹਾਡੇ ਬਾਬਾ ਜੀ ਹੈਗੇ ਉਹ ਦੱਸ ਦੇਣਗੇ। ਬਿਲਕੁਲ ਜੀ, ਉਹ ਪੰਡਿਤ ਚੇਤਨ ਦੇਵ ਇਜ਼ ਅ ਕਾਮਨ ਨੇਮ ਇਨ ਆਵਰ ਹਾਊਸ। ਜੀ। ਦਰਸ਼ਕੋ, ਪੰਡਤ ਚੇਤਨ ਦੇਵ ਜੀ ਜਿਹੜੇ ਭਿੰਦਰ ਸ਼ਰਮਾ ਜੀ ਦੇ ਫਾਦਰ ਸਾਹਿਬ ਸੀ, ਉਹਨਾਂ ਨੂੰ ਤੁਹਾਡੀ ਜਾਣਕਾਰੀ ਦੱਸ ਦਈਏ, ਉਹ ਉੱਘੇ ਸੁਤੰਤਰਤਾ ਸੰਗਰਾਮੀ ਰਹੇ ਨੇ ਤੇ ਦੇਸ਼ ਦੀ ਆਜ਼ਾਦੀ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ, ਜਿਹੜਾ ਕਿ ਮਾਲਵਾ ਬੈਲਟ 'ਚ ਉਹਨਾਂ ਦਾ ਆਪਣਾ ਇੱਕ ਨਾਮ ਹੈ ਤੇ ਉਹਨਾਂ ਤੋਂ ਹੀ ਗੁੜਤੀ ਮਿਲੀ ਹੈ ਭਿੰਦਰ ਸ਼ਰਮਾ ਜੀ ਨੂੰ ਦੇਸ਼ ਸੇਵਾ ਦੀ। ਤੋ ਉਹ ਮੈਂ ਪਿੱਛੇ ਇੱਕ ਪਤਾ ਨਹੀਂ ਹਾਓ ਪੁਰਾਣੇ ਫਰੋਲਦਿਆਂ ਜੀ, ਇੱਕ ਤਸਵੀਰ ਜੀ, ਮੇਰੇ ਹੱਥ 'ਚ ਆਈ। ਜੀ, I'm hardly, I think 5-6 must be. ਓਕੇ, ਤੇ ਇੰਦਰਾ ਜੀ ਇੱਥੇ ਆਏ, ਜੀ, ਕੋਈ ਸਮਾਗਮ ਜੀ, ਸੀਗਾ। ਤੇ ਤੁਸੀਂ ਯੂ ਕੈਨ ਵੈਲ ਇਮੈਜਿਨ ਓਕੇ, ਬਈ ਉਹ ਇੰਦਰਾ ਜੀ ਦੇ ਕੋਲੇ ਸਟੇਜ ਦੇ ਕੋਲੇ ਮੈਂ ਨਾਲ ਖੜਾ, ਗਿਆਨੀ ਜੀ ਨਾਲ ਖੜੇ, ਓਕੇ, ਪਿੱਛੇ ਮੇਰੇ ਵੱਡੇ ਬ੍ਰਦਰ ਖੜੇ। ਜੀ, I was 5 and 6। ਜੀ, ਉਹ ਤਸਵੀਰ ਮੈਂ ਆਪਣੇ ਬੇਟੇ ਨੂੰ ਕਿਹਾ ਯਾਰ ਇਹਨੂੰ ਜਰਾ ਤੂੰ ਸੰਭਾਲ। ਸਵਾਲ ਜੀ, ਠੀਕ ਹੈ ਜੀ, ਸੋ ਇਹ ਮਤਲਬ ਸ਼ੁਰੂ ਤੋਂ ਸ਼ੌਕ ਸੀ। ਫਿਰ ਇੱਥੇ ਕਾਲਜ 'ਚ ਵੀ ਆਈ ਵਾਸ ਐਕਟਿਵ। ਜੀ, So I was elected by my people. ਜੀ, I'm thanks to ਜੀ, my student friends. ਜੀ, फिर यूनिवर्सिटी चले गए, ਓਕੇ, उत्थे again ਜੀ, I was secretary of the students council. ਓਕੇ, I was representing my ਜੀ, department. ਜੀ, उत्थे सेवा करने का मौका मिला। ਜੀ। ਤੁਸੀਂ ਵਕਾਲਤ ਦੀ ਡਿਗਰੀ ਕਿੱਥੋਂ ਕੀਤੀ ਜੀ? पंजाब यूनिवर्सिटी चंडीगढ़। ਅੱਛਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਚ ਫਿਰ ਤੁਸੀਂ ਸਟੂਡੈਂਟ ਜਿਹੜੇ ਹੈਗੇ ਆ ਸਰਗਰਮੀਆਂ 'ਚ ਵੀ ਹਿੱਸਾ ਲੈਂਦੇ हाँ ਹੋ? बिल्कुल पूरा। ਜੀ, 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 ਜੀ। ਤੇ ਕਿਹੜੇ ਸਾਲ 'ਚ ਤੁਸੀਂ ਜਿਹੜੇ ਇਲੈਕਸ਼ਨ ਫਸਟ ਟਾਈਮ ਕਿਹੜੇ ਸਾਲ 'ਚ ਲੜੇ? इलेक्शन यूनिवर्सिटी का ਨਹੀਂ, ਜਿਹੜਾ ਪੋਲਿਟਿਕਸ ਦੀ ਕਿਸੇ ਪਹਿਲਾ ਇਲੈਕਸ਼ਨ ਤੁਹਾਡਾ ਐਮਐਲਏ ਦਾ ਸੀ ਜਾਂ ਉਸ ਤੋਂ ਪਹਿਲਾਂ ਵੀ ਕੋਈ ਹੋਰ ਇਲੈਕਸ਼ਨ ना पहला मैं यूनिवर्सिटी च अपना मैं इत्थे कॉलेज च ਉਹ ਤਾਂ ਸਟੂਡੈਂਟ ਦਾ स्टूडेंट लाइफ। ਓਕੇ, ਉੱਥੇ ਉਸ ਤੋਂ ਵੀ- ਬਾਅਦ 'ਚ ਜੀ, तो I was secretary of the students council। ਓਕੇ, ਓਕੇ ਜੀ, Yeah। ਜੀ, ਫਿਰ ਸਾਡਾ ਪੰਜਾਬ ਸਟੂਡੈਂਟ ਕਾਂਗਰਸ ਸੀ, ਜੀ, ਉਹਦਾ ਵੀ ਮੈਂ ਹੈਡ ਸੀ। ਓਕੇ, ਜੀ, NSUI ਫਿਰ ਯੂਥ ਕਾਂਗਰਸ, ਜੀ, 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 I was ਜਨਰਲ ਸੈਕਟਰੀ ਜੀ, ਪੰਜਾਬ ਯੂਥ ਕਾਂਗਰਸ, ਵਾਈਸ ਪ੍ਰੈਜ਼ੀਡੈਂਟ ਜੀ, ਪੰਜਾਬ ਯੂਥ ਕਾਂਗਰਸ। ਜੀ, Then I was the youngest member ਓਕੇ, of ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ executive। ਓਕੇ, ਹਾਂ, ਵਾਹ, I was the youngest ਓਕੇ, ਓਕੇ, EPC ਦੀ executive ਜਿਹੜੀ ਹੈ। ਜੀ, I was youngest member inducted। ਓਕੇ, So I got the opportunity, Bhatia ji was president. ਜੀ, We were running a show in PCC. ਜੀ, Myself and Sardar Jayendra Singh. ਓਕੇ, Then with Sardar Santokh Singh Randhawa. ਓਕੇ, For more than 20 years, I ਓਕੇ, have remained General Secretary, ਓਕੇ, Vice President, ਓਕੇ, and for more than 10 years, Okay. I was General Secretary Headquarters. ਓਕੇ, ਜਿਹੜੀ ਕੈਪਟਨ ਸਾਹਿਬ ਦੀ ਪਿਛਲੀ ਟੈਨਿਓਰ ਸੀ, ਓਕੇ, for full 5 years, ਓਕੇ, I was General Secretary Headquarters. ਜੀ, Hanswal ji was our ਜੀ, president, ਜੀ, and we were making a good team. ਜੀ। ਤੇ ਪਹਿਲੀ ਵਾਰ ਵਿਧਾਨ ਸਭਾ ਇਲੈਕਸ਼ਨ ਲੜਨ ਦਾ ਤੁਹਾਨੂੰ ਕਦੋਂ ਮੌਕਾ ਮਿਲਿਆ? 1985, ਓਕੇ, ਓਕੇ, ਕਿਹੜੀ ਜਗ੍ਹਾ ਤੋਂ ਇਲੈਕਸ਼ਨ ਲੜੇ ਪਹਿਲਾਂ? ਕੋਟਕਪੂਰਾ। ਕੋਟਕਪੂਰਾ ਤੋਂ ਜੀ, ਓਕੇ। ਉਸ ਤੋਂ ਬਾਅਦ ਜਦੋਂ ਬੇਅੰਤ ਸਿੰਘ ਦੀ ਸਰਕਾਰ ਬਣੀ ਹੈ ਪੰਜਾਬ 'ਚ, ਹਾਲਾਤ ਜਿਹੜੇ ਪਹਿਲਾਂ ਆਪਾਂ ਗੱਲ ਕਰ ਚੁੱਕੇ ਹਾਂ, ਬਹੁਤ ਮਾੜੇ ਹਾਲਾਤ ਸੀ ਉਸ ਟਾਈਮ। ਕੋਈ ਵੀ ਬੰਦਾ ਲੀਡਰ ਘਰੋਂ ਬਾਹਰ ਨਹੀਂ ਨਿਕਲਣਾ ਚਾਹੁੰਦਾ ਸੀ ਤੇ ਇਲੈਕਸ਼ਨ ਲੜਨੇ ਤਾਂ ਬਹੁਤ ਵੱਡੀ ਗੱਲ ਸੀ, ਕਿਉਂਕਿ ਚੈਲੰਜਸ ਬਹੁਤ ਜ਼ਿਆਦਾ ਸੀ ਉਦੋਂ ਹਾਲਾਤਾਂ ਮੁਤਾਬਕ, ਕਿ ਧਮਕੀਆਂ ਆ ਰਹੀਆਂ ਸੀਗੀਆਂ ਕਿ ਜਿਹੜਾ ਵੀ ਇਲੈਕਸ਼ਨ ਲੜੋ ਅਸੀਂ ਮਾਰ ਦਾਂਗੇ। ਬਿਲਕੁਲ ਕਰੈਕਟ। ਤੇ ਤੁਸੀਂ ਕਿਵੇਂ ਹੌਸਲਾ ਕੀਤਾ ਉਦੋਂ ਇਲੈਕਸ਼ਨ ਲੜਨ ਦਾ? ਦੇਖੋ, ਟੂ ਬੀ ਵੈਰੀ ਫਰੈਂਕ, ਜੀ, ਬਈ ਮੈਂ ਤੁਹਾਨੂੰ ਨਿਰਮਲ ਜੀ ਬੜੇ
ਮੈਂ ਨਾ ਜ਼ਿੰਦਗੀ 'ਚ ਕਦੇ ਝੂਠ ਬੋਲਿਆ, ਨਾ ਮੈਨੂੰ ਜੀ। ਝੂਠ ਬੋਲਣ ਦੀ ਜੀ ਆਦਤ ਹੈ। ਜੀ ਟੈਰਰਿਜ਼ਮ ਸੀਗਾ, ਜੀ ਪਰ ਮੈਂ ਇੱਕ ਦਿਨ ਵੀ ਆਪਣਾ ਸਫ਼ਰ ਬੰਦ ਨਹੀਂ ਕੀਤਾ। ਓਕੇ No। ਜੀ ਲੋਕ ਕਈ ਵਾਰੀ ਕਹਿ ਦਿੰਦੇ ਸੀ, ਜੀ ਇੱਕ ਦਫਾ BSF ਵਾਲਿਆਂ ਨੇ ਸਾਨੂੰ ਮੋਗੇ ਕੋਲੇ ਘੇਰ ਲਿਆ, ਓਕੇ ਤੁਹਾਨੂੰ ਪਤਾ ਰੋਡ ਸੀਲ ਹੈ, ਜੀ ਵਾਈ ਯੂ ਬਾਈ ਦੀ ਰਿਸਕ, ਓਕੇ ਕਿਉਂ ਟਰੈਵਲ ਕਰਦੇ ਹੋ? ਜੀ ਹੁਣ ਮੈਂ ਕਿਹਾ ਜੀ ਹੁਣ ਸਾਡਾ ਲਾਈਫ ਦਾ ਸਟਾਈਲ ਹੀ ਐਸਾ ਜੀ ਵੀ ਵੀ ਕਾਂਟ ਸੇ ਨੋ ਟੂ ਐਨੀਬਡੀ। ਓਕੇ ਤੋ ਕਹਿੰਦੇ, ਮੈਂ ਕਿਹਾ ਹੁਣ ਤੁਸੀਂ ਅੱਜ ਤਾਂ ਸਾਨੂੰ ਜਾਣਦੇ ਹੋ, ਜੀ ਅਗਾਂਹ ਤੋਂ ਧਿਆਨ ਰੱਖਾਂ। ਧਿਆਨ ਰੱਖਾਂਗੇ। ਤੁਹਾਨੂੰ ਯਾਦ ਹੈ ਜੀ ਮੋਗਾ ਦੇ ਸਟੈਚ ਤੇ ਉਹਨਾਂ ਨੇ ਲਿਖ ਕੇ ਲਾਇਆ ਸੀ ਓਕੇ ਵੀ ਇੰਨੇ ਵਜੇ ਤੋਂ ਬਾਅਦ ਜਿਹੜਾ ਇੱਥੋਂ ਟੱਪੂਗਾ ਜੀ ਉਹ ਆਪਣੀ ਜੀ। ਸਿਕਿਉਰਿਟੀ ਦਾ ਖੁਦ ਜ਼ਿੰਮੇਦਾਰ ਹੈ। ਓਕੇ ਇੱਦਾਂ ਦਾ ਸੀਗਾ। ਜੀ ਜੀ ਤੋ ਮੇਰਾ ਮਤਲਬ ਬਟ ਨਾਟ ਅ ਸਿੰਗਲ ਡੇ ਜੀ ਆਈ ਸਟਾਪਡ ਮਾਈ ਲਾਈਫ। ਓਕੇ ਹਾਂ, ਉਹ ਜਦੋਂ ਇਲੈਕਸ਼ਨ ਆਇਆ ਤੇ ਮੈਂ ਆਪਣੀ ਮਾਂ ਨੂੰ ਪੁੱਛਿਆ, ਜੀ ਮੈਂ ਮਜ਼ਾ ਇਲੈਕਸ਼ਨ ਆ ਰਿਹਾ, ਜੀ ਕਹਿੰਦੀ ਕਾਕਾ ਤੁਰਿਆ ਕਦ ਲਈ ਫਿਰਦਾ ਸਾਰਾ ਦਿਨ? ਓਕੇ ਹਾਂ, ਮਾਂ ਨੇ ਹੌਸਲਾ ਮਾਈ ਮਦਰ ਸੇ ਓਕੇ 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 ਕਿ ਤੁਰਿਆ ਕਦ ਲਈ ਫਿਰਦਾ, ਜੀ ਜੀ ਇਲੈਕਸ਼ਨ ਕਿਉਂ ਨਹੀਂ ਲੜਨਾ? ਜੀ ਫਿਰ ਮੈਂ ਆਪਣਾ ਇੱਕ SPO ਸੀ, ਜੀ ਉਹਨੂੰ ਪੁੱਛਿਆ, ਜੀ ਕਹਿੰਦਾ ਹੋਰ ਆਪਾਂ ਕੱਲ ਨਹੀਂ ਤੁਰੇ ਫਿਰਦੇ, ਜੀ ਸਾਰਾ ਦਿਨ ਤਾਂ ਖਤਰੇ 'ਚ। ਖਤਰੇ ਕਹਿੰਦਾ ਅਸੀਂ ਤੁਹਾਡੇ ਅੱਗੇ ਖੜੇ ਹਾਂ, ਜੀ ਆਪਾਂ ਲੜਨਾ। ਓਕੇ ਦੈਨ ਗਿਆਨੀ ਜੀ ਰਾਸ਼ਟਰਪਤੀ ਤੋਂ ਜੀ ਉੱਥੇ 4 ਸਰਕੂਲਰ ਰੋਡ ਤੇ ਰਹਿੰਦੇ ਸੀ। ਓਕੇ ਉਹ ਥੋੜਾ ਜਿਹਾ ਐਵੇਂ ਮਨ 'ਚ ਮਤਲਬ ਜੀ ਆਈ ਵਾਂਟਡ ਟੂ ਵਿਨ ਹਿਸ ਕੌਨਫੀਡੈਂਸ। ਜੀ ਆਈ ਵੈਂਟ ਟੂ ਹਿਮ ਓਕੇ ਵੀ ਤੁਸੀਂ ਮੈਨੂੰ ਕਹਿੰਦੇ ਹਾਂ ਦੱਸ। ਪਰ ਕਹਿੰਦੇ ਮੈਂ ਤੈਨੂੰ ਪਹਿਲਾਂ ਇੱਕ ਗੱਲ ਕਹਿ ਦਿਆਂ, ਜੀ ਮੈਂ ਬਸੰਤ ਨੂੰ ਵੀ ਕਹੀ ਹੈ, ਓਕੇ ਉਹਨੇ ਵੀ ਮੇਰੀ ਗੱਲ ਨਹੀਂ ਮੰਨੀ, ਜੀ ਪਰ ਮੈਂ ਤੈਨੂੰ ਕਹਿ ਦਿੰਦਾ ਜਿਹੜੀ ਗੱਲ ਤੁਸੀਂ ਕਹਿ ਕੇ ਚੁੱਕੇ ਜੀ ਜੀ ਵੀ ਐਤਕੀ ਬੰਦੇ ਬੜੇ ਮਰਨੇ ਆ ਜੀ ਤੇ ਤੁਸੀਂ ਇਲੈਕਸ਼ਨ ਰਹਿਣ ਦਿਓ, ਓਕੇ ਜਦੋਂ ਸਹੀ ਵੇਲਾ ਆਊਗਾ ਜੀ ਲੜ ਲਿਓ। ਲੜ ਲੈ ਮੈਂ ਗਿਆਨੀ ਜੀ ਮਰਨਾ ਤਾਂ ਇੱਕੋ ਵਾਰੀ, ਓਕੇ ਮਰਨਾ ਇੱਕੋ ਵਾਰੀ, ਓਕੇ ਤੇ ਅਸੀਂ ਤੁਰੇ ਗੱਲ ਨਹੀਂ ਫਿਰਦੇ, ਜੀ ਇਲੈਕਸ਼ਨ ਲੜਾ। ਓਕੇ ਕਹਿੰਦਾ ਫਿਰ ਮੈਂ ਤੇਰੇ ਨਾਲ। ਜੀ ਦਿਸ ਵਾਸ ਹਿਸ ਰਿਪਲਾਈ ਜੀ ਵੀ ਤੂੰ ਆਪਦੀ ਜਗ੍ਹਾ ਲੜ, ਦੂਜੇ ਆਪਦੀ ਆਪਦੀ ਜਗ੍ਹਾ। ਜਗ੍ਹਾ ਆਮ ਵਿਦ ਯੂ। ਓਕੇ ਸੋ ਉਹਨਾਂ ਨੇ ਆਦਾ ਆਸ਼ੀਰਵਾਦ ਦਿੱਤਾ। ਦਿੱਤਾ ਜੀ ਸੋ ਦੈਟ ਇਜ਼ ਦੀ ਵੇ। ਜੀ ਤੋ ਉਹ ਜੇ ਅਸੀਂ ਉਹਦੇ ਨਾਲ ਲੜਦੇ ਜੀ ਤਾਂ ਸ਼ਾਂਤੀ ਵੀ ਨਾ ਹੁੰਦੀ। ਨਾ ਸੋ ਜਦੋਂ ਤੁਸੀਂ ਕੋਈ ਲੋਕਾਂ ਨੂੰ ਦੇਣ ਦੇਣੀ ਹੈ ਤੇ ਕੁਛ ਕਰਨਾ ਹੈ, ਜੀ then you must be prepared for sacrifice। ਜੀ ਔਰ ਮੈਂ ਇਹ ਗੱਲ ਕਹੂੰਗਾ ਜੀ ਕਿ ਉਹ ਜਿੰਨੇ ਵੀ ਬੰਦੇ ਲੜੇ, ਜੀ ਜਿਸ ਵੀ ਪਾਰਟੀ ਤੋਂ ਲੜੇ, ਜੀ they have contributed to society, ਬਿਲਕੁਲ ਬੇਖੌਫ। ਬਿਲਕੁਲ ਤੁਸੀਂ ਸਾਡੇ ਦਰਸ਼ਕਾਂ ਨਾਲ ਉਸ ਹਾਲਾਤ ਦੀ ਕੋਈ ਯਾਦ ਸਾਂਝੀ ਕਰਨੀ ਚਾਹੁੰਦੇ ਹੋ ਜਿੱਥੇ ਬਹੁਤ ਵੱਡੀ ਸਮੱਸਿਆ ਨੇ ਘੇਰ ਲਿਆ ਹੋਵੇ ਤੁਹਾਨੂੰ ਉਹਨਾਂ ਇਲੈਕਸ਼ਨਾਂ ਤੇ ਜਿਹਨਾਂ ਹਾਲਾਤ ਬਹੁਤ ਜ਼ਿਆਦਾ ਖਰਾਬ ਨਹੀਂ, ਮਾਈ ਲਾਈਫ ਹੈਜ਼ ਬੀਨ ਫੁੱਲ ਆਫ ਸਟਰਗਲਸ। ਓਕੇ ਪਰ ਮੈਂ ਇੱਕ ਵਾਕਿਆ ਸੁਣਾਉਣਾ ਚਾਹੁੰਦਾ ਜੀ ਜਿਹੜਾ ਮਤਲਬ, ਕਿਉਂਕਿ ਉਸ ਵੇਲੇ ਮੈਂ ਕਿਸੇ ਦੀ ਵੀ ਗੱਲ ਸੁਣਨ ਤੋਂ ਕਦੇ ਉਹਨੂੰ ਰੋਕਿਆ ਨਹੀਂ। ਓਕੇ ਇਹੋ ਜਿਹੇ ਵੀ ਵਾਕਿਆ ਹੈ ਜੀ ਕਿ ਅੱਧੀ ਰਾਤ ਨੂੰ ਮੇਰੇ ਕੋਲ ਮਤਲਬ ਕਈ ਲੇਡੀਜ਼ ਆ ਜਾਂਦੀਆਂ ਸੀ। ਓਕੇ ਜੀ ਆਈ ਵਿਲ ਹੀਅਰ ਦੈਮ। ਓਕੇ ਹੁਣ ਰਾਤ ਨੂੰ ਜੀ ਚਾਹ ਵੀ ਪਿਲਾਉਣੀ, ਓਕੇ ਉਹਨਾਂ ਦੀ ਗੱਲ ਵੀ ਸੁਣਨੀ, ਜੀ ਮਤਲਬ ਆਈ ਕਾਂਟ ਸੇ ਸਰਟਨ। ਜੀ ਉਹਨਾਂ ਦੀ ਸਮੱਸਿਆ ਦਾ ਸਮਾਧਾਨ ਵੀ ਕਰਨਾ। ਕਰਨਾ ਜੀ ਔਰ ਜਿਹੜੇ ਬੜੇ ਬੰਦਿਆਂ ਨੂੰ ਮੈਂ ਅਫਸਰਾਂ ਨੂੰ ਕਹਿ ਕੇ ਛਡਵਾਇਆ, ਉਹਨਾਂ ਨੂੰ ਮਤਲਬ ਨਾਰਮਲ ਲਾਈਫ 'ਚ ਵੀ ਲਿਆਉਣ ਦਾ ਓਕੇ ਉਪਰਾਲਾ ਕੀਤਾ। ਓਕੇ ਨਾਓ ਆਈ ਟੈਲ ਯੂ ਵਨ ਇਨਸੀਡੈਂਟ। ਜੀ ਹੰਸਪਾਲ ਜੀ ਆਏ ਮੇਰੇ ਹਲਕੇ 'ਚ, ਓਕੇ ਮਾਸ ਕੰਟਰੈਕਟ ਅਸੀਂ ਕਰ ਰਹੇ ਸੀ, ਜੀ ਤੇ ਅਸੀਂ ਟੂ ਮਾਈ ਮਾਈਂਡ ਅਜਿੱਤ ਗੱਲ ਦਾ ਵਾਕਿਆ, ਉੱਥੋਂ ਫੰਕਸ਼ਨ ਕਰਕੇ ਨਿਕਲੇ, ਓਕੇ ਬੜਾ ਖਤਰਾ ਸੀ, ਜੀ ਸਭ ਡਰਦੇ ਸੀ। ਜੀ ਤੇ ਮੈਂ ਹੰਸਪਾਲ ਜੀ ਨੂੰ ਕਿਹਾ ਜੀ ਕਿ ਜਿਹੜੇ ਉਹ ਸਾਹਮਣੇ ਦੋ ਬੰਦੇ ਆ ਰਹੇ, ਜੀ ਇਹ ਆਹ ਕੰਮ ਕਰਦੇ ਰਹੇ, ਜੀ ਮੈਨੂੰ ਕਹਿੰਦੇ ਮਰਵਾਏਗਾ ਯਾਰ ਤੂੰ। ਅੱਛਾ ਜੀ ਜਦੋਂ ਉਹ ਬੰਦੇ ਨਜ਼ਦੀਕ ਆਏ, ਜੀ ਉਹਨਾਂ ਨੇ ਹੰਸਪਾਲ ਜੀ ਦੇ ਗੋਡੇ ਹੱਥ ਲਾਏ, ਓਕੇ ਪੈਰੀ ਹੱਥ ਲਾਏ, ਓਕੇ ਕਹਿੰਦੇ ਜੇ ਅਸੀਂ ਅੱਜ ਜ਼ਿੰਦਾ ਹੈ ਜੀ ਇਸ ਬੰਦੇ ਦੀ ਬਦੌਲਤ, ਜੀ ਤੇ ਅਸੀਂ ਹੁਣ ਸ਼ਰਾਫਤ ਦੀ ਜ਼ਿੰਦਗੀ ਜਿਉਣ ਦਾ ਅੱਜ ਕਰਨਾ। ਇਹ Okay. ਵੀ ਆਰ ਅਲਾਈਵ Okay. ਬਿਕਾਜ਼ ਆਫ। ਓਕੇ ਕਹਿਣ ਤੋਂ ਮੇਰਾ ਭਾਵ ਹੈ ਜੀ ਵੀ ਉਹ ਜਦੋਂ ਅਸੀਂ ਰਿਸਕ ਹੁੰਦਿਆਂ ਆ ਉਹਨਾਂ ਦੀ ਗੱਲ ਵੀ ਸੁਣਦੇ ਸੀ, ਸਮਝ ਜੀ ਤਾਂ ਉਹਨਾਂ ਨੂੰ
ਮੇਨ ਸਟ੍ਰੀਮ 'ਚ ਲਿਆਉਣ ਲਈ ਉਪਰਾਲਾ ਕਰਦੇ ਸੀ। ਪੁਲਿਸ ਅਫਸਰਾਂ ਨੇ ਵੀ ਸਾਥ ਦਿੱਤਾ ਜੀ। ਦੇ ਆਲਸੋ ਕੋਆਪਰੇਟਡ ਜੀ। ਜੇ ਅਸੀਂ ਉਹ ਕਹਿੰਦੇ ਰਿਸਕ ਜ਼ਿੰਮੇਵਾਰੀ ਮੈਂ ਕਹਿਣਾ ਮੈਂ ਲੈਣਾ ਜੀ, ਇੰਸ਼ੋਰੈਂਸ ਦਿੰਦੇ ਸੀ। ਓਕੇ ਓਕੇ, ਤਾਂ ਦੇ ਆਲਸੋ ਕੋਆਪਰੇਟ ਓਕੇ ਓਕੇ ਤਾਂ ਉਹ ਕੌਨਫੀਡੈਂਸ ਸਾਨੂੰ ਵਿਨ ਕਰਨਾ ਪੈਂਦਾ ਜੀ। ਨਾ ਇੱਕ ਵਾਕਿਆ ਮੈਂ ਜਦੋਂ ਇਲੈਕਸ਼ਨ ਲੜ ਰਿਹਾ ਸੀ ਜੀ ਤਾਂ ਇੱਕ ਬੰਦਾ ਸੀ ਇੱਕ ਪਿੰਡ ਦਾ ਜੀ ਉਹ ਇੱਦਾਂ ਜਾ ਰਿਹਾ ਸੀ ਜੀ ਉਹਨੇ ਦੇਖਿਆ ਵੀ ਖੇਤ 'ਚ ਜੀ ਬੰਦੇ ਘੁੰਮ ਰਹੇ ਜੀ ਨਾ ਹੁਣ ਮੈਂ ਤਾਂ ਉਹ ਬੰਦੇ ਨੂੰ ਨਹੀਂ ਜਾਣਦਾ ਜੀ, ਨਾ ਉਹ ਬੰਦਾ ਜਾਣਦਾ ਸੀ। ਉਹ ਦੂਰੋਂ ਆਵਾਜ਼ ਮਾਰ ਕੇ ਕਹਿੰਦਾ ਤੂੰ ਉਹ ਫਲਾਨਾ ਹੈ? ਜੀ, ਫਲਾਣੇ ਪਿੰਡ ਦਾ। ਅੱਛਾ ਜੀ, ਉਹਨੇ ਤਾਂ ਧੌਣ ਸਿੱਟ ਲਈ ਓਕੇ, ਕੰਮ ਕਰ ਦੇਣਗੇ। ਉਹਨੇ ਸਿਰ ਹਿਲਾਤਾ ਜੀ, ਕਹਿੰਦੇ ਬਸ ਤੂੰ ਸਾਡੀ ਇੱਕ ਗੱਲ ਸੁਣ ਲੈ ਜੀ, ਤੇ ਇਹ ਸੁਨੇਹਾ ਤੂੰ ਸਾਨੂੰ ਪਤਾ ਹਾਂ, ਵੀ ਤੁਹਾਡਾ ਟੱਬਰ ਸ਼ਰਮਾ ਜੀ ਦੇ ਕਰੀਬ ਹੈ ਓਕੇ, ਤੇ ਸ਼ਰਮਾ ਜੀ ਨੂੰ ਇਹ ਸੁਨੇਹਾ ਦੇ ਦੀ ਜੀ, ਗਾਡ ਨੋਜ਼ ਮੈਂ ਕਿਹੜਾ ਉਹ ਬੰਦਿਆਂ ਨੂੰ ਜਾਣਦਾ ਜਾਣਦਾ ਸੀ। ਨਾ ਉਹ ਜਾਣਦਾ ਸੀ। ਹਾਂਜੀ, ਕਹਿੰਦੇ ਵੀ ਸ਼ਰਮਾ ਜੀ ਨੂੰ ਕਹੋ ਹਾਂ, ਬੇਖੌਫ ਹੋ ਕੇ ਆਪਦੀ ਕੰਪੇਨ ਕਰਨ ਵਾਹ, ਓਕੇ ਤੇ ਅਸੀਂ ਇੱਥੇ ਪਹਿਰਾ ਦੇ ਰਹੇ ਹਾਂ। ਓਕੇ, ਕੋਈ ਉਹਨਾਂ ਦੀ ਤੱਤੀ ਵਾਕ ਨਹੀਂ ਦੇਖ ਸਕਦਾ। ਵਾਹ, ਇਹ ਤੁਹਾਡੀ ਗ੍ਰੇਟਨੈਸ, ਤੁਹਾਡੇ ਪਰਿਵਾਰ ਦੀ ਗ੍ਰੇਟਨੈਸ, ਤੁਹਾਡੇ ਨਾਲੋਂ ਬਾਅਦ ਤੁਹਾਡੇ ਜਿਹੜੇ ਫਾਦਰ ਸਾਹਿਬ ਦੀ ਜਾਂ ਮਤਲਬ ਇਹਦਾ ਗੌਡ ਨੋਜ਼। ਬਿਲਕੁਲ ਜੀ, ਮਤਲਬ ਜੇ ਕਿਸੇ ਦਾ ਅਸੀਂ ਭਲਾ ਕਰਦੇ ਹਾਂ ਜੀ ਤਾਂ ਉਹ ਉਹਨਾਂ ਦੇ ਮਨ 'ਚ ਜੀ। ਵੀ ਦਇਆ ਆਉਂਦੀ ਹੈ। ਜੀ ਜੀ ਮੈਂ ਤਾਂ ਉਹਨਾਂ ਬੰਦਿਆਂ ਨੂੰ ਨਹੀਂ ਜਾਣਦਾ। ਜੀ ਉਹ ਕਹਿੰਦੇ ਉਹਨੂੰ ਜੀ। ਕਹੇ ਵੀ ਅਸੀਂ ਇੱਥੇ ਪਹਿਰਾ ਦੇ ਰਹੇ ਹਾਂ, ਬੇਖੌਫ ਹੋ ਕੇ ਤੁਰੇ ਫਿਰ ਸਾਰੇ ਇਲਾਕੇ 'ਚ। ਜੀ ਜੀ ਮਤਲਬ ਇਹ ਉਹਦਾ ਜੀ। ਚੰਗੇ ਕਾਰ ਜੇ ਕੰਮ ਕਰਦੇ ਹੋ ਜੀ। ਉਹਦਾ ਪੋਜ਼ਿਟਿਵ ਐਸਪੈਕਟ। ਸ਼ਰਮਾ ਜੀ, ਟਾਈਮ ਕਾਫੀ ਹੋ ਗਿਆ, ਗੱਲਾਂ ਬਹੁਤ ਜ਼ਿਆਦਾ ਨੇ, ਤੇ ਸੰਖੇਪ ਜਿਹੇ 'ਚ ਸਾਡੇ ਦਰਸ਼ਕਾਂ ਨੂੰ ਸੰਦੇਸ਼ ਵੀ ਤੇ ਪੰਜਾਬ ਦੇ ਭਲੇ ਲਈ ਕੀ ਕੀਤਾ ਜਾ ਸਕਦਾ, ਤੁਹਾਡਾ ਆਪਦੇ ਤਜਰਬੇ 'ਚ ਕੋਈ ਗੱਲ? ਦੇਖੋ ਮੈਂ ਤਾਂ ਇਹੀ ਕਹੂੰਗਾ ਜੀ। ਵੀ ਪੰਜਾਬ ਦੇ ਲੋਕਾਂ ਦਾ ਭਲਾ ਜੀ ਇਸ ਵਾਸਤੇ ਜੀ ਇਸ ਗੱਲ 'ਚ ਹੀ ਹੈ ਜੀ ਕਿ ਦੇ ਅਗੇਨ ਬ੍ਰਿੰਗ ਕਾਂਗਰਸ ਪਾਰਟੀ ਬੈਕ ਇਨਟੂ ਪਾਵਰ। ਜੀ ਕਿ ਜਦੋਂ ਵੀ ਕਾਂਗਰਸ ਪਾਰਟੀ ਦਾ ਰਾਜ ਆਉਂਦਾ ਹੈ, ਜੀ ਸੂਬੇ 'ਚ ਸ਼ਾਂਤੀ ਰਹਿੰਦੀ ਹੈ ਜੀ ਔਰ ਸੂਬਾ ਤਰੱਕੀ ਕਰਦਾ। ਜੀ ਕਾਂਗਰਸ ਅੱਛੀਆਂ ਨੀਤੀਆਂ ਦਿੰਦੀ। ਜੀ ਆਈ ਐਮ ਸ਼ੋਰ ਜੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਰਾਜਮਾਈ ਥੱਲੇ ਚੋਣ ਲੜੀ ਜਾਏਗੀ। ਜੀ ਉਹ ਜਿਹੜੀਆਂ ਕੋਈ ਕਮੀਆਂ ਆਦਿਆਂ ਰਹਿ ਗਈਆਂ ਜੀ ਉਹ ਆਉਣ ਵਾਲੀ ਟੈਨੋਰ 'ਚ ਉਹਨਾਂ ਨੂੰ ਜੀ ਰੈਕਟੀਫਾਈ ਕਰਨਗੇ ਜੀ ਐਂਡ ਹੀ ਵਿਲ ਡਿਲੀਵਰ ਦੀ ਗੁੱਡ। ਜੀ ਜੀ ਆਈ ਐਮ ਕੌਨਫੀਡੈਂਟ। ਜੀ ਸ਼ਰਮਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਹਾਡੇ ਸਾਡੇ ਦਰਸ਼ਕਾਂ ਲਈ ਸਮਾਂ ਕੱਢਿਆ ਜੀ। ਦਰਸ਼ਕੋ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਉਪਿੰਦਰ ਸ਼ਰਮਾ ਜੀ ਸੀਨੀਅਰ ਕਾਂਗਰਸੀ ਹੀ ਨਹੀਂ, ਸੀਨੀਅਰ ਪੋਲੀਟੀਸ਼ੀਅਨ ਵੀ ਨੇ ਤੇ ਇੱਕ ਸੁਤੰਤਰਤਾ ਸੰਗਰਾਮੀ ਪਰਿਵਾਰ ਦੇ ਜਿਹੜੇ ਮੈਂਬਰ ਨੇ, ਤੇ ਅਸੀਂ ਹਮੇਸ਼ਾ ਇਹਨਾਂ ਤੋਂ ਇਸੇ ਤਰ੍ਹਾਂ ਜਿਹੜੀ ਹੈਗੀ ਹੈ ਕੁਛ ਚੰਗੀ ਜਿਹੜੀ ਰਾਏ ਹੈ ਉਹ ਲੈਂਦੇ ਰਹਾਂਗੇ। ਦਰਸ਼ਕਾਂ ਲਈ ਚੰਗੀਆਂ ਗੱਲਾਂ ਤੁਹਾਡੇ ਨਾਲ ਤੁਹਾਡੇ ਰੂਬਰੂ ਸ਼ਰਮਾ ਜੀ ਨੂੰ ਪੇਸ਼ ਕਰਦੇ ਰਹਾਂਗੇ। ਤੁਹਾਡਾ ਵੀ ਬਹੁਤ ਬਹੁਤ ਮੈਂ ਹਲਚਲ ਟੀਵੀ ਦੇ ਮਾਧਿਅਮ ਤੋਂ ਜੀ ਕੈਨੇਡਾ ਵਾਸੀਆਂ ਨੂੰ ਸ਼ੁਭ ਕਾਮਨਾਵਾਂ ਦਿੰਦਾ। ਜੀ ਖਾਸ ਤੌਰ ਤੇ ਜਿਹੜੇ ਪੰਜਾਬੀ ਭਰਾ ਸਾਡੇ ਉੱਥੇ ਬੈਠੇ ਆ ਉਹ ਵਧਣ ਫੁੱਲਣ, ਤਰੱਕੀ ਕਰਨ, ਦੇਸ਼ ਦਾ ਨਾਮ ਉੱਚਾ ਕਰਨ। ਕਿਉਂਕਿ ਜਦੋਂ ਮੈਂ ਕੈਨੇਡਾ ਗਿਆ ਜੀ ਉੱਥੋਂ ਦੇ ਹਰ ਰੇਡੀਓ ਤੇ ਮੇਰੀ ਟਾਕ ਹੋਈ ਸੀ। ਜੀ ਉੱਥੇ ਇੱਕ ਗੁਰਸ਼ਰਨ ਸਿੰਘ ਬੁੱਟਰ ਨਾਂ ਦਾ ਬੰਦਾ ਸੀ, ਓਕੇ, ਉਹਦਾ ਗੁਲਦਸਤਾ ਚੈਨਲ ਸੀ, ਜੀ ਟੀਵੀ ਚੈਨਲ, ਜੀ ਉਹਦੇ ਤੇ ਵੀ ਮੇਰੀ ਟਾਕ ਆਈ ਸੀ। ਜੀ ਮਤਲਬ ਐਵਰੀਵੇਅਰ ਆਈ ਵੈਂਟ ਜੀ ਦੇਰ ਵਾਜ਼ ਮਾਈ ਰੇਡੀਓ ਟਾਕ। ਜੀ ਜੀ ਤੇ ਇਸੇ ਤਰ੍ਹਾਂ ਜੀ ਸਾਡੇ ਮਹਿੰਦਰ ਸਿੰਘ ਰਮਾਣਾ, ਉਹਨਾਂ ਦਾ ਬੇਟਾ ਵੀ ਉੱਥੇ ਹੈ। ਜੀ ਜੀ ਹੀ ਇਜ਼ ਆਲਸੋ ਜੀ ਇਨ ਦਿਸ ਫੀਲਡ। ਜੀ ਉਹਨਾਂ ਨੇ ਵੀ ਮੇਰਾ ਇੰਟਰਵਿਊ ਲਿਆ ਸੀ, ਜੀ ਉਹਨੂੰ ਬ੍ਰੌਡਕਾਸਟ ਕੀਤਾ ਸੀ। ਸੋ ਵਿਸ਼ ਦੀ ਪੀਪਲ ਆਫ ਕੈਨੇਡਾ ਜੀ ਤੇ ਖਾਸ ਤੌਰ ਪੰਜਾਬੀਆਂ ਨੂੰ ਜੀ ਸ਼ੁਭ ਕਾਮਨਾਵਾਂ, ਜੀ ਵਧਣ ਫੁੱਲਣ, ਤਰੱਕੀ ਕਰਨ। ਥੈਂਕ ਯੂ।